ਟੀਵੀ ਪੰਜਾਬ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫੇਰ ਸਵਾਗਤ ਹੈ ਜੀ। ਮੈਂ ਹਾਜ਼ਰ ਹਾਂ ਮਨਦੀਪ ਸਿੰਘ ਟੁੱਟ ਲੈ ਕੇ ਖਾਸ ਪ੍ਰੋਗਰਾਮ ਜਿਹਦੇ ਵਿੱਚ ਅਸੀਂ ਕਰਦੇ ਹਾਂ ਖਾਸ ਚਰਚਾ ਤੇ ਹਰ ਵਾਰ ਦੀ ਤਰ੍ਹਾਂ ਮੇਰੇ ਨਾਲ ਜੁੜੇ ਹੋਏ ਨੇ ਮੇਰੇ ਸਹਿਯੋਗੀ ਜਸਵੀਰ ਜੀ। ਜਸਵੀਰ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਬਹੁਤ ਬਹੁਤ ਸ਼ੁਕਰੀਆ ਮਨਦੀਪ ਔਰ ਜਿੰਨੇ ਵੀ ਟੀਵੀ ਪੰਜਾਬ ਦੇ ਵਿਊਅਰਸ ਨੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ ਜੀ ਅੱਛਾ ਜਸਵੀਰ ਜੀ, ਆਪਣਾ ਪ੍ਰੋਗਰਾਮ ਜਿਹੜਾ ਹੁੰਦਾ ਬਹੁਤਾ ਸਿਆਸਤ ਦੇ ਨੇੜੇ ਤੇੜੇ ਰਹਿੰਦਾ ਤੇ ਸਿਆਸਤ ਦੀਆਂ ਘੁੰਮਣ ਘੇਰੀਆਂ 'ਚ ਹੀ ਆਪਾਂ ਸਾਰੀ ਗੱਲਬਾਤ ਕਰਦੇ ਹਾਂ। ਤੇ ਅੱਜ ਦੀ ਗੱਲ ਵੀ ਜਿਹੜੀ ਇੱਕ ਸਿਆਸੀ ਜਿਹੜੀ ਹਲਚਲ ਦੁਬਾਰਾ ਹੋਈ ਆ, ਕਿਉਂਕਿ ਬੀਤਣਾ ਤੋਂ ਪੰਜਾਬ ਦੇ ਵਿੱਚ ਕਾਂਗਰਸ ਦੇ ਅੰਦਰ ਜਿਹੜਾ ਕਾਟੋ ਕਲੇਸ਼ ਆ ਕਾਫੀ ਵੱਧ ਗਿਆ ਸੀ ਦੁਬਾਰਾ। ਹਾਲਾਂਕਿ ਕਾਟੋ ਕਲੇਸ਼ ਕੋਈ ਨਵੀਂ ਗੱਲ ਨਹੀਂ ਕਾਂਗਰਸ ਅੰਦਰ, ਤੇ ਕੈਪਟਨ ਤੇ ਬਾਜਵਾ ਸਾਹਿਬ ਆਮੋ ਸਾਹਮਣੇ ਅੱਜ ਕੱਲ ਕਾਫੀ ਹੋਏ ਨੇ। ਤੇ ਹੁਣ ਦੁਬਾਰਾ ਫੇਰ ਸੁਣਿਆ ਕਿ ਬਾਜਵਾ ਸਾਹਿਬ ਨੇ ਫੇਰ ਕੈਪਟਨ ਹੋਣਾ ਤੇ ਤਿੱਖੇ ਸਿਆਸੀ ਨਿਸ਼ਾਨੇ ਕੱਸੇ ਸੀਗੇ। ਤੁਸੀਂ ਕਿਹਾ ਕਿ ਸਾਡਾ ਪ੍ਰੋਗਰਾਮ ਸਿਆਸਤ ਦੇ ਆਲੇ ਦੁਆਲੇ ਘੁੰਮਦਾ ਹੈ, ਘੁੰਮੇ ਵੀ ਕਿਉਂ ਨਾ। ਆਮ ਬੰਦੇ ਦੀਆਂ ਜੇ ਜ਼ਰੂਰਤਾਂ ਪੂਰੀਆਂ ਕਰਨ ਦੀ ਗੱਲ ਹੋਵੇ ਤਾਂ ਸਿਆਸਤ ਤੇ ਨਿਰਭਰ ਰਹਿਣਾ ਪੈਂਦਾ ਆ। ਸਰਕਾਰਾਂ ਸਿਆਸਤ ਨਾਲ ਬਣਦੀਆਂ ਨੇ ਤੇ ਸਰਕਾਰਾਂ ਨੇ ਹੀ ਸਾਰੇ ਕੰਮ ਕਰਨੇ ਹੁੰਦੇ। ਸਾਡੀ ਅਰਥ ਵਿਵਸਥਾ ਸਿਆਸਤ ਨਾਲ ਜੁੜੀ ਹੋਈ ਆ, ਸਾਡਾ ਸਮਾਜਿਕ ਤਾਣਾ ਬਾਣਾ ਸਿਆਸਤ ਨਾਲ ਜੁੜਿਆ ਹੋਇਆ, ਸਾਡੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਿਆਸਤ ਨਾਲ ਜੁੜੀਆਂ ਹੋਈਆਂ ਨੇ। ਇਸ ਕਰਕੇ ਅਸੀਂ ਸਿਆਸਤ ਤੋਂ ਪਰੇ ਹੋ ਕੇ ਕੁਝ ਕਰ ਨਹੀਂ ਸਕਦੇ। ਤੇ ਜੇ ਸਿਆਸਤ ਚੰਗੀ ਹੋਏਗੀ ਤੇ ਬਹੁਤ ਮਸਲੇ ਹੱਲ ਹੋਣਗੇ। ਜਿਹੜੇ ਮੁਲਕਾਂ ਦੇ ਵਿੱਚ ਸਾਫ਼ ਸੁਥਰੀ ਸਿਆਸਤ ਹੁੰਦੀ ਆ ਉਹਨਾਂ ਦੀਆਂ ਜਿਹੜੀਆਂ ਤੁਸੀਂ ਪ੍ਰਾਪਤੀਆਂ ਦੇਖ ਲਓ, ਤੇ ਜਿੱਥੇ ਸਿਆਸਤ ਗੰਦਲੀ ਹੁੰਦੀ ਹੈ ਤੇ ਉਹਨਾਂ ਦੀਆਂ ਪ੍ਰਾਪਤੀਆਂ ਦਾ ਕੰਪੈਰੀਜ਼ਨ ਕਰਕੇ ਦੇਖ ਲਓ, ਤੁਹਾਨੂੰ ਆਪਣੇ ਆਪ ਫਰਕ ਮਹਿਸੂਸ ਹੋ ਜਾਏਗਾ। ਇਸ ਕਰਕੇ ਜਾਣ ਬੁੱਝ ਕੇ ਨਹੀਂ ਅਸੀਂ ਸਿਆਸਤ ਦੇ ਦੁਆਲੇ ਘੁੰਮਦੇ, ਸਾਡੀ ਮਜਬੂਰੀ ਹੈ ਔਰ ਜ਼ਰੂਰੀ ਵੀ ਹੈ ਸਿਆਸਤ ਦੀ ਗੱਲ ਕਰਨੀ। ਰਹੀ ਗੱਲ ਪੰਜਾਬ ਦੇ ਵਿੱਚ ਜਿਹੜੀ ਸਿਆਸਤ ਇਸ ਵੇਲੇ ਗਰਮਾਈ ਹੋਈ ਆ, ਹਾਲਾਂਕਿ ਸ਼ਮਸ਼ੇਰ ਸਿੰਘ ਦੂਲੋ, ਪ੍ਰਤਾਪ ਸਿੰਘ ਬਾਜਵਾ, ਕੈਪਟਨ ਅਮਰਿੰਦਰ ਸਿੰਘ ਜਦੋਂ ਇੱਕ ਦੂਜੇ ਖਿਲਾਫ ਬਿਆਨਬਾਜ਼ੀ ਕਰਦੇ ਆ ਤੇ ਨਵੀਂ ਗੱਲ ਕੋਈ ਵੀ ਨਹੀਂ ਹੈ ਇਹਦੇ ਵਿੱਚ। ਸਭ ਗੱਲਾਂ ਪੁਰਾਣੀਆਂ, ਪਿਛਲੇ ਲੰਬੇ ਸਮੇਂ ਤੋਂ ਜਿਹੜਾ ਉਹ ਦਰਾਣੀ ਜਠਾਣੀ ਵਾਲਾ ਝਗੜਾ ਇਹਨਾਂ ਦੇ ਵਿੱਚ ਚੱਲਦਾ ਪਿਆ ਤੇ ਤੂੰ ਮੈਂ ਕਿਤੇ ਨਾ ਕਿਤੇ ਹੁੰਦੀ ਰਹਿੰਦੀ ਆ। ਕਿਤੇ ਭਾਂਡੇ ਦੀ ਆਵਾਜ਼ ਮਾੜੀ ਜੀ ਵੀ ਆ ਗਈ ਤੇ ਕੰਨ ਲਾ ਕੇ ਦੂਜੀ ਧਿਰ ਸੁਣਨ ਲੱਗ ਪੈਂਦੀ ਹੈ ਕਿ ਕਿਤੇ ਝਗੜਾ ਤਾਂ ਨਹੀਂ ਹੋ ਰਿਹਾ। ਉਸੇ ਮਸਲੇ ਨੂੰ ਬਣਾ ਕੇ ਅਸੀਂ ਗਾਂ ਅਖਬਾਰਾਂ ਦੇ ਵਿੱਚ ਬਿਆਨ ਦਈਏ, ਕੁਝ ਹੋਰ ਹੁੰਦਾ। ਜਾਣੀ ਕਿ ਆਨੇ ਬਹਾਨੇ ਇੱਕ ਦੂਜੇ ਦੀਆਂ ਖਾਮੀਆਂ ਜਿਹੜੀਆਂ ਉਹ ਲੱਭਣ ਦੀ ਕੋਸ਼ਿਸ਼ ਦੋਨਾਂ ਧਿਰਾਂ ਵੱਲੋਂ ਕੀਤੀ ਜਾਂਦੀ ਹੈ। ਕੈਪਟਨ ਅਮਰਿੰਦਰ ਸਿੰਘ ਹੋਰੀ ਵੀ ਕੋਸ਼ਿਸ਼ ਕਰਦੇ ਕਿ ਬਾਜਵਾ ਹੋਰਾਂ ਦੇ ਖਿਲਾਫ ਕੁਝ ਨਾ ਕੁਝ ਨਿਕਲੇ, ਤੇ ਬਾਜਵਾ ਹੋਰਾਂ ਦਾ ਤੇ ਹੁਣ ਲਗਭਗ ਰੌਂ ਹੀ ਬਣਿਆ ਹੋਇਆ ਹੈ ਕਿ 2022 ਦੇ ਵਿੱਚ ਕਿਤੇ ਨਾ ਕਿਤੇ ਆਪਣੇ ਆਪ ਨੂੰ ਲਿਆ ਕੇ ਖੜੇ ਕਰਨਾ। ਹੁਣ ਮਸਲਾ ਕੀ ਹੋਇਆ? ਮਸਲਾ ਉਹੀ ਜਿਹੜਾ ਜ਼ਿਕਰ ਛਿੜਿਆ ਹੈ ਕਿ ਲਗਭਗ 64 ਕਰੋੜ ਰੁਪਏ ਦਾ ਜਿਹੜਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲਾ ਹੋਇਆ ਹੈ ਕਥਿਤ ਰੂਪ ਦੇ ਵਿੱਚ, ਉਹਨੂੰ ਲੈ ਕੇ ਵਿਰੋਧੀ ਪਾਰਟੀਆਂ ਲਗਾਤਾਰ ਸਰਕਾਰ ਨੂੰ ਘੇਰ ਰਹੀਆਂ ਨੇ। ਹੁਣ ਜੇ ਉਹ ਨਿਕਲਿਆ ਹੈ ਤੇ ਬਾਜਵਾ ਸਾਹਿਬ ਉਹਦੇ ਤੋਂ ਪਿੱਛੇ ਕਿੱਦਾਂ ਹਟ ਸਕਦੇ ਆ ਉਹ ਕੈਪਟਨ ਸਾਹਿਬ ਨੂੰ ਘੇਰਨ ਦੇ ਲਈ। ਹੁਣ ਇਹਨੂੰ ਲੈ ਕੇ ਬਾਜਵਾ ਸਾਹਿਬ ਨੇ ਟੀਕਾ ਟਿੱਪਣੀਆਂ ਕੀਤੀਆਂ, CBI ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਤੇ ਨਾਲ ਹੀ ਕੈਪਟਨ ਸਾਹਿਬ ਨੇ ਕਹਿਤਾ ਵਿਰੋਧੀ ਧਿਰਾਂ ਨੂੰ ਕਿ ਭਾਈ ਅਕਾਲੀ ਦਲ ਅੱਜ ਤਾਂ ਧਰਨੇ ਲਾ ਰਿਹਾ ਹੈ, ਅੱਜ ਤਾਂ ਕਹਿ ਰਿਹਾ ਕਿ ਆਹ ਹੋ ਗਿਆ ਜੋ ਹੋ ਗਿਆ, CBI ਕੋਲ ਜਾਂਚ ਹੋਣੀ ਚਾਹੀਦੀ ਹੈ। ਅਕਾਲੀ ਦਲ ਨੂੰ ਆਪਣੇ ਸਮੇਂ ਜਿਹੜਾ ਸਾਲ 1997 ਤੋਂ ਤਕਰੀਬਨ ਜਿਹੜਾ ਆ ਕਹਿ ਸਕਦੇ ਸਾਲ 2002 ਦੇ ਦਰਮਿਆਨ ਘੁਟਾਲਾ ਹੋਇਆ ਸੀ, ਜਿਹਨੂੰ ਚਾਰਕੋਲ ਘੁਟਾਲਾ ਜਿਹੜਾ ਆ ਉਹ ਤਾਰਕੋਲ ਘੁਟਾਲਾ ਜਿਹੜਾ ਉਹ ਕਹਿੰਦੇ ਆ। ਜਿਹੜਾ ਘੁਟਾਲਾ ਬਹੁਤ ਸਾਰੇ ਡਿਪਾਰਟਮੈਂਟ ਸੀ ਜਿਹੜਾ ਉਹਨਾਂ ਦੀ ਮਿਲੀ ਭੁਗਤਣਾ ਹੋਇਆ ਸੀ। ਇੰਜੀਨੀਅਰਿੰਗ ਵਿੰਗ ਸੀਗਾ ਉਹਦੇ ਵਿੱਚ, PWD ਸੀਗਾ, ਪੁੱਡਾ ਸੀਗਾ ਉਹਦੇ ਵਿੱਚ, ਇੱਕ ਦੋ ਮਹਿਕਮੇ ਹੋਰ ਸੀਗੇ। ਇਹਨਾਂ ਸਾਰਿਆਂ ਨੇ ਰਲ ਮਿਲ ਕੇ ਜਿਹੜਾ ਕੀਤਾ ਸੀਗਾ ਤੇ 2 ਮੰਤਰੀਆਂ ਦੇ ਨਾਮ ਵੀ ਉਸ ਸਮੇਂ ਜਿਹੜਾ ਇਸ ਘੁਟਾਲੇ ਦੇ ਵਿੱਚ ਸਾਹਮਣੇ ਆਏ ਸੀਗੇ। ਉਹ ਕਹਿੰਦੇ ਅਕਾਲੀ ਦਲ ਫਿਰ ਉਹ ਘੁਟਾਲਾ ਵੀ ਯਾਦ ਕਰ ਲਵੇ ਥੋੜਾ ਜਿਹਾ ਕਿ ਉਹਨਾਂ ਨੇ ਕੀ ਕੀਤਾ ਸੀ ਜਦੋਂ ਉਹ ਘੁਟਾਲਾ ਸਾਹਮਣੇ ਆਇਆ ਸੀ। ਸਾਡੇ ਖਿਲਾਫ ਤਾਂ ਸੜਕਾਂ ਤੇ ਉਤਰ ਕੇ ਜਿਹੜਾ ਉਹ ਆ ਗਿਆ, ਧਰਮਸੋਤ ਦੇ ਖਿਲਾਫ ਰੋਸ ਪ੍ਰਦਰਸ਼ਨ ਕਰ ਰਿਹਾ। ਹੁਣ ਜਦੋਂ ਅਕਾਲੀਆਂ ਨੂੰ ਘੇਰਨ ਲਈ ਕੈਪਟਨ ਨੇ ਇਹ ਬਿਆਨ ਦਿੱਤਾ, ਅੱਗੇ ਉਹ ਬਾਜਵਾ ਸਾਹਿਬ ਕਹਿੰਦੇ ਕਿ ਦੋਨਾਂ ਦਾ ਕੰਪੈਰੀਜ਼ਨ ਨਹੀਂ ਕੀਤਾ ਜਾ ਸਕਦਾ। ਉਹ ਕਹਿੰਦੇ ਤਾਰਕੋਲ ਘੁਟਾਲਾ ਜਿਹੜਾ ਆ ਉਹਦਾ ਤੇ ਆਹ ਸਕਾਲਰਸ਼ਿਪ ਘੁਟਾਲਾ, ਇਹਨਾਂ ਦੋਨਾਂ ਦਾ ਕੋਈ ਕੰਪੈਰੀਜ਼ਨ ਨਹੀਂ ਆ। ਤੇ ਇਸੇ ਗੱਲੋਂ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੂੰ ਘੇਰਿਆ ਕਿ ਭਾਈ ਕੰਪੈਰੀਜ਼ਨ ਕਿਉਂ ਨਹੀਂ ਹੋ ਸਕਦਾ, ਥੋੜਾ ਜਿਹਾ ਤੁਹਾਨੂੰ ਸੰਭਲ ਕੇ ਗੱਲ ਕਰਨੀ ਚਾਹੀਦੀ ਆ। ਇੱਕ ਨੁਕਤੇ ਤੇ ਮੈਨੂੰ ਲੱਗਦਾ ਕਿ ਜਾ ਕੇ ਕੈਪਟਨ ਅਮਰਿੰਦਰ ਸਿੰਘ ਦਰੁਸਤ ਵੀ ਫਰਮਾਉਂਦੇ ਨੇ। ਦਰੁਸਤ ਇਸ ਕਰਕੇ ਫਰਮਾਉਂਦੇ ਨੇ ਕਿ ਅਕਾਲੀ ਦਲ ਕਹਿੰਦਾ CBI ਦੀ ਜਾਂਚ ਹੋਣੀ ਚਾਹੀਦੀ ਆ, ਬਾਜਵਾ ਹੋਰੀ ਕਹਿ ਦਿੰਦੇ ਆ ਕਿ ਕੇਂਦਰੀ ਏਜੰਸੀਆਂ ਦੇ ਕੋਲੋਂ ਜਾਂਚ ਕਰਵਾਉਣੀ ਚਾਹੀਦੀ ਆ। ਕੇਂਦਰੀ ਏਜੰਸੀਆਂ ਦੇ ਕੋਲ ਵੱਡੀ ਜਾਂਚ ਸਾਡੇ ਬਹੁਤ ਸਾਰੇ ਮਾਮਲਿਆਂ ਦੀ ਪਈ ਹੈ। ਕੁੱਲ ਮਿਲਾ ਕੇ ਕਹਿ ਲਈਏ ਬੇਅਦਬੀ ਦੇ ਮਾਮਲਿਆਂ ਦੀ ਜਾਂਚ CBI ਕੋਲ ਸੀ, ਉਹ ਕਿੰਨਾ ਕੁ ਨਤੀਜਾ ਨਿਕਲ ਕੇ ਜਿਹੜਾ ਉਹ ਸਾਹਮਣੇ ਆ ਗਿਆ। ਬਹੁਤ ਕੁਝ ਇਹੋ ਜਿਹਾ ਹੋਇਆ ਵਾਪਰਿਆ ਜਿਹੜੀ ਜਾਂਚ CBI ਨੂੰ ਦਿੱਤੀ ਤੇ ਸਮਝ ਲਓ CBI ਨੂੰ ਦਿੱਤੀ ਤੇ ਠੰਡੇ ਬਸਤੇ 'ਚ ਪੈ ਗਈ ਹੈ। ਤੇ ਦੂਜੀ ਜਦੋਂ ਕੇਂਦਰ ਦੇ ਕੋਲ ਜਾਂਚ ਚੱਲ ਜਾਂਦੀ ਹੈ ਤੇ ਇਹ ਤਾਂ ਭਾਈ ਕਾਂਗਰਸ ਦੇ ਵੇਲੇ ਤੋਂ ਹੀ ਕਿਹਾ ਗਿਆ ਕਿ CBI ਜਿਹੜਾ ਆ ਉਹ ਪਿੰਜਰੇ ਦਾ ਤੋਤਾ ਬਣਾ ਕੇ ਰੱਖਿਆ। ਸਪਸ਼ਟ ਰੂਪ ਦੇ ਵਿੱਚ ਕਹਿ ਸਕਦੇ ਹਾਂ ਕਿ ਇਸ ਵੇਲੇ ਤੰਗ ਪਰੇਸ਼ਾਨ ਕਰਦੀਆਂ ਜਿਹੜੀਆਂ ਉਹ ਨਜ਼ਰ
ਆ ਰਹੀਆਂ ਨੇ। ਔਰ ਇਹੀ ਕਾਰਨ ਹੈ ਕਿ ਇਸ ਵੇਲੇ ਬਾਜਵਾ ਸਾਹਿਬ ਤੇ ਦੂਲੋ ਸਾਹਿਬ ਕੈਪਟਨ ਨੂੰ ਘੇਰਨ ਦੀ ਕੋਸ਼ਿਸ਼ ਕਰਦੇ ਆ। ਕੈਪਟਨ ਸਾਹਿਬ ਜਵਾਬਦੇਹੀਆਂ ਦੇ ਰਹੇ ਆ ਉਹਨਾਂ ਦੀਆਂ, ਪਰ ਸਿੰਘ ਦੂਲੋ ਹੋਰੀ ਜੇ ਘੇਰਦੇ ਆ ਕੈਪਟਨ ਸਾਹਿਬ ਨੂੰ, ਜੇ ਬਾਜਵਾ ਸਾਹਿਬ ਘੇਰਦੇ ਆ ਕੈਪਟਨ ਸਾਹਿਬ ਨੂੰ, ਘੱਟੋ ਘੱਟ ਉਹਨੂੰ ਇਸ ਗੱਲ ਦਾ ਇਹਤਿਆਤ ਰੱਖਣਾ ਚਾਹੀਦਾ ਕਿ ਪੰਜਾਬ ਦੇ ਹੱਕਾਂ ਦੀ ਗੱਲ ਵੀ ਕਰਨ, ਕੱਲੀ ਕੋਰੀ ਸਿਆਸਤ ਨਾ ਕਰਨ। ਪਰ ਕੈਪਟਨ ਸਾਹਿਬ ਵਿਨੀ ਮਹਾਜਨ ਹੋਰਾਂ ਨੂੰ ਉਹਨਾਂ ਨੇ ਜਾਂਚ ਦਿੱਤੀ ਹੈ, ਵਿਨੀ ਮਹਾਜਨ ਹੋਰਾਂ ਦੇ ਕੋਲ ਜਾਂਚ ਪਹੁੰਚ ਚੁੱਕੀ ਆ, ਉਹਨਾਂ ਨੇ ਇਸ ਮਾਮਲੇ ਨੂੰ ਦੇਖਣਾ ਆ। ਲੱਗਦੇ ਹੱਥੋਂ ਇਹ ਕਹਿੰਦੇ ਆ ਕਿ ਆਪਸੀ ਕਲੈਸ਼ ਆ, ਕਿਉਂਕਿ ਇਹ ਧਰਮਸੋਤ ਵੀ ਦਾਅਵਾ ਕਰਦਾ ਕਿ ਜਿਹੜਾ ਐਡੀਸ਼ਨਲ ਚੀਫ ਸੈਕਟਰੀ ਆ ਉਹਨਾਂ ਦੇ ਡਿਪਾਰਟਮੈਂਟ ਦਾ, ਜਿਹਨੇ ਰਿਪੋਰਟ ਬਣਾ ਕੇ ਦਿੱਤੀ ਹੈ ਕਿ ਇਹ ਘੁਟਾਲਾ ਹੋਇਆ ਆ, ਉਹਦੇ ਨਾਲ ਕਲੈਸ਼ ਉਹਦਾ ਪਹਿਲਾਂ ਹੀ ਚੱਲਦਾ ਪਿਆ ਸੀ ਧਰਮਸੋਤ ਦਾ, ਕਿਉਂਕਿ ਕੁਝ ਘੁਟਾਲਿਆਂ ਦੀ ਗੱਲ ਪਹਿਲਾਂ ਚੱਲੀ ਸੀਗੀ। ਉਸ ਮਾਮਲੇ ਦੇ ਵਿੱਚ ਇੱਕ ਦੋ ਬੰਦਿਆਂ ਨੂੰ ਦੁਬਾਰਾ ਫੇਰ ਕੰਮ ਤੇ ਲਿਆਉਣ ਦਾ ਉਹ ਨਹੀਂ ਲਿਆਉਣਾ ਚਾਹੁੰਦੇ ਸੀਗੇ, ਇੱਕ ਨੂੰ ਨਹੀਂ ਲਿਆਂਦਾ। ਉਹ ਕਹਿੰਦੇ ਇਸੇ ਗੱਲ ਦੀ ਖਾਰ ਖਾ ਕੇ ਉਹਨਾਂ ਨੇ ਮੇਰੇ ਖਿਲਾਫ ਜਿਹੜੀ ਆ ਉਹ ਰਿਪੋਰਟ ਬਣਾਈਆਂ, ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਨਿਕਲ ਆਏਗਾ ਜਦੋਂ ਸੱਚ ਨਿੱਤਰ ਕੇ ਸਾਹਮਣੇ ਆਏਗਾ। ਕੀ ਸੱਚ ਆਉਂਦਾ ਆ ਇਹ ਫਿਲਹਾਲ ਜਾਂਚ ਤੋਂ ਬਾਅਦ ਪਤਾ ਲੱਗੇਗਾ। ਪਰ ਇੱਕ ਗੱਲ ਇਹਦੇ ਵਿੱਚੋਂ ਹੋਰ ਨਿਕਲ ਕੇ ਆਉਂਦੀ ਮਨਦੀਪ ਜੀ, ਘੱਟੋ ਘੱਟ ਇਹ ਵੀ ਪਤਾ ਲੱਗ ਗਿਆ ਆ ਕਿ ਇਸ ਮਾਮਲੇ ਨੇ ਦੱਸਤਾ ਆ ਕਿ ਅਫਸਰਸ਼ਾਹੀ ਕਿਤੇ ਭਾਰੂ ਪਈ ਹੋਈ ਆ ਸਰਕਾਰਾਂ ਦੇ ਉੱਤੇ। ਸਰਕਾਰਾਂ ਦੀ ਕੋਈ ਵਾਹ ਪੇਸ਼ ਨਹੀਂ ਚੱਲਦੀ। ਅਫਸਰ ਜੇ ਆਪਣੀ ਮਰਜ਼ੀ ਚਾਹਣ ਤਾਂ ਮੰਤਰੀਆਂ ਨੂੰ ਘੁਟਾਲਿਆਂ 'ਚ ਫਸਾ ਸਕਦੇ ਆ, ਜੇ ਧਰਮਸੋਤ ਦੇ ਬਿਆਨਾਂ ਨੂੰ ਆਪਾਂ ਧਿਆਨ 'ਚ ਰੱਖੀਏ। ਜੇ ਅਫਸਰ ਚਾਹਣ ਤੇ ਇਹ ਵੀ ਹੋ ਸਕਦਾ ਕਿ ਕੈਬਨਿਟ ਵੱਲੋਂ ਲਿਆ ਗਿਆ ਫੈਸਲਾ ਜਿਹੜਾ ਆ ਉਹ ਵਾਪਸ ਵੀ ਲਿਆ ਜਾਵੇ ਕਿ ਅਸੀਂ ਬਾਈਕਾਟ ਕਰ ਦੇਣਾ ਕੈਬਨਿਟ ਦੀਆਂ ਮੀਟਿੰਗਾਂ ਦਾ, ਜੇ ਆ ਫਲਾਣਾ ਬੰਦਾ ਉੱਥੇ ਨਾ ਆਇਆ, ਤੇ ਉਹਨਾਂ ਨੂੰ ਉਸ ਫੈਸਲੇ ਤੋਂ ਵੀ ਪਰਤਣਾ ਪੈ ਸਕਦਾ ਹੈ। ਕੁੱਲ ਮਿਲਾ ਕੇ ਇਸ ਵੇਲੇ ਅਫਸਰਸ਼ਾਹੀ ਸਰਕਾਰ ਦੇ ਨਾਲੋਂ ਕਿਤੇ ਪਾਵਰਫੁਲ ਨਜ਼ਰ ਆਉਂਦੀ ਹੈ, ਤੇ ਮੈਨੂੰ ਲੱਗਦਾ ਹੈ ਕਿ ਇਹਦੇ ਉੱਤੇ ਵੀ ਕਿਤੇ ਲਗਾਮ ਲੱਗਣ ਦੀ ਜ਼ਰੂਰਤ ਹੈ। ਬਹੁਤ ਸਾਰੇ ਅਫਸਰ, ਸਾਰੇ ਨਹੀਂ ਆਪਾਂ ਕਹਿੰਦੇ, ਬਹੁਤ ਸਾਰੇ ਅਫਸਰ ਆਪਣੇ ਅਹੁਦਿਆਂ ਦਾ ਦੁਰਉਪਯੋਗ ਕਰਦੇ ਨਜ਼ਰ ਆ ਰਹੇ ਆ, ਪ੍ਰੈਸ਼ਰ ਬਣਾਉਂਦੇ ਸਰਕਾਰ ਤੇ ਨਜ਼ਰ ਆ ਰਹੇ ਆ। ਇਹ ਸਰਕਾਰ ਦੀ ਨਲਾਇਕੀ ਵੀ ਕਹੀ ਜਾ ਸਕਦੀ ਹੈ ਕਿ ਉਹ ਉਸ ਪ੍ਰੈਸ਼ਰ ਨੂੰ ਉਸ ਤਰੀਕੇ ਨਾਲ ਲੈਂਦੀ ਆ ਜਾਂ ਉਹਨਾਂ ਨੂੰ ਮੌਕਾ ਦਿੰਦੀ ਆ ਪ੍ਰੈਸ਼ਰ ਪਾਉਣ ਦਾ। ਤੇ ਇਹ ਨਾਲ ਦੀ ਨਾਲ ਉਹਨਾਂ ਅਫਸਰਾਂ ਦੀ ਵੀ ਜਿਹੜੀ ਕਹਿ ਸਕਦੇ ਕਿ ਗਲਤ ਤਰੀਕਾ ਆ ਕੰਮ ਕਰਨ ਦਾ, ਕਿ ਉਹ ਆਪਣੇ ਅਹੁਦੇ ਦਾ ਗਲਤ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਦੇ ਆ। ਸੋ ਘਿਰੀ ਹੋਈ ਕੈਪਟਨ ਸਰਕਾਰ ਜ਼ਰੂਰ ਹੈਗੀ ਹੈ ਇਸ ਘੁਟਾਲੇ ਦੇ ਵਿੱਚ, ਪਰ ਇਸ ਘਿਰਾਓ ਦੇ ਦਰਮਿਆਨ ਕੁੱਲ ਮਿਲਾ ਕੇ ਦੇਖਿਆ ਜਾਵੇ ਤੇ ਮਸਲਾ ਇਹ ਹੈ ਕਿ ਸਿਆਸਤ ਭੱਖ ਗਈ ਹੈ। 2022 ਤੱਕ ਇਹ ਮਾਮਲਾ ਜਾਣਾ ਹੀ ਜਾਣਾ ਆ। ਜੇ ਤਾਂ ਵਿਨੀ ਮਹਾਜਨ ਹੁਣੀ ਸਹੀ ਸਮੇਂ ਤੇ ਸਹੀ ਜਾਂਚ ਇਹਦੀ ਲੈ ਕੇ ਸਾਹਮਣੇ ਆ ਗਏ ਤੇ ਕੋਈ ਤੱਥ ਸੱਚ ਨਿਕਲਿਆ ਤੇ ਕੈਪਟਨ ਸਰਕਾਰ ਦਾ ਬਚਾਅ ਹੋ ਸਕਦਾ, ਵਰਨਾ ਚੋਣਾਂ ਤੱਕ ਵਿਰੋਧੀਆਂ ਨੇ ਇਹ ਘੇਰਨਾ ਹੀ ਘੇਰਨਾ। ਬਾਕੀ ਅਕਾਲੀ ਦਲ ਤਾਂ ਕਹਿੰਦਾ ਹੀ ਹੈ ਕਿਉਂਕਿ ਫੰਡ ਕੇਂਦਰ ਵੱਲੋਂ ਆਇਆ, ਇਸ ਕਰਕੇ ਜਾਂਚ ਕੇਂਦਰ ਵੱਲੋਂ ਹੋਣੀ ਚਾਹੀਦੀ ਹੈ, ਔਰ ਜਾਂਚ ਕੇਂਦਰ ਵੱਲੋਂ ਕੀਤੀ ਵੀ ਜਾਵੇਗੀ। ਇਹ ਇਸ਼ਾਰੇ ਮਿਲਣੇ ਜਿਹੜੇ ਆ ਸ਼ੁਰੂ ਹੋ ਗਏ ਆ। ਹੁਣ ਇੱਕ ਚੀਜ਼ ਦੇਖੋ, ਆ ਸਿਰਫ 64 ਕਰੋੜ ਦਾ ਘੁਟਾਲਾ ਆ, ਸਿਰਫ ਮੈਂ ਸਿਰਫ ਹੀ ਕਹਿ ਰਿਹਾ ਕਿਉਂਕਿ ਬਹੁਤ ਵੱਡੇ ਵੱਡੇ ਘੁਟਾਲੇ ਸਾਡੇ ਮੁਲਕ ਦੇ ਵਿੱਚ ਹੋਏ। ਸਿਰਫ 64 ਕਰੋੜ ਦਾ ਘੁਟਾਲਾ ਆ। ਇਸ ਘੁਟਾਲੇ ਦਾ ਕਰਕੇ 300 ਕਰੋੜ ਤੋਂ ਵੱਧ ਰੁਪਈਆ ਇਸੇ ਡਿਪਾਰਟਮੈਂਟ ਦੇ ਇਸੇ ਕੰਮ ਲਈ ਫੰਡ ਆਏ ਪਏ ਆ ਕੇਂਦਰ ਵੱਲੋਂ, ਉਹ ਵਰਤੇ ਨਹੀਂ ਜਾ ਰਿਹਾ, ਕਿਉਂਕਿ ਜਿੰਨੀ ਦੇਰ ਤੱਕ ਇਹ ਸਪਸ਼ਟ ਨਹੀਂ ਹੋਏਗਾ ਉਹ 300 ਕਰੋੜ ਨਹੀਂ ਵਰਤਿਆ ਜਾਏਗਾ। ਹੁਣ ਉਹ 300 ਕਰੋੜ ਜੇ ਨਹੀਂ ਵਰਤਿਆ ਜਾਂਦਾ, ਉਹਦੇ ਨਾਲ ਅਸਰ ਕਿਤੇ ਪੈਣਾ? ਉਹਨਾਂ ਗਰੀਬ ਵਿਦਿਆਰਥੀਆਂ ਤੇ ਜਿਨ੍ਹਾਂ ਨੇ ਪੜ੍ਹਾਈ ਕਰਨੀ ਸੀਗੀ, ਦਲਿਤ ਵਿਦਿਆਰਥੀਆਂ ਤੇ ਜਿਨ੍ਹਾਂ ਨੇ ਪੜ੍ਹਾਈ ਕਰਨੀ ਸੀ ਇਸ ਸਕਾਲਰਸ਼ਿਪ ਦੇ ਮਾਮਲੇ ਤੇ। ਹੁਣ ਕੀ ਹੋਏਗਾ? ਕਾਲਜਾਂ ਦੇ ਵਿੱਚ, ਸਕੂਲਾਂ ਦੇ ਵਿੱਚ ਜਿਹੜੇ ਆ ਉਹਨਾਂ ਨੂੰ ਜਿਹੜਾ ਤੰਗ ਪਰੇਸ਼ਾਨ ਕੀਤਾ ਜਾਏਗਾ, ਕਿਉਂਕਿ ਸੰਸਥਾਵਾਂ ਕਹਿਣਗੀਆਂ ਕਿ ਭਾਈ ਸਾਨੂੰ ਤਾਂ ਫੀਸ ਚਾਹੀਦੀ ਆ, ਉਧਰੋਂ ਆ ਨਹੀਂ ਰਿਹਾ ਤੇ ਤੁਸੀਂ ਆਪਣੇ ਪੱਲਿਓਂ ਦੇ ਦਿਓ, ਜਦੋਂ ਆਓਗੇ ਤੁਹਾਨੂੰ ਵਾਪਸ ਕਰ ਦੇਣਗੇ। ਜੇ ਉਹਨਾਂ ਦੇ ਪੱਲੇ ਨਾ ਹੋਏ ਪੈਸੇ, ਨਾ ਦੇਣ ਜੋਗੇ ਹੋਏ ਫੀਸਾਂ, ਕੀ ਕਰਨਗੇ? ਉਹ ਆਪਣੀਆਂ ਸੰਸਥਾਵਾਂ ਛੱਡਣਗੇ, ਪੜ੍ਹਾਈ ਵਿੱਚ ਛੱਡਣਗੇ। ਇਹਨਾਂ ਦੇ ਕਾਟੋ ਕਲੇਸ਼ ਦਾ ਕਰਕੇ ਆਮ ਵਿਦਿਆਰਥੀ, ਗਰੀਬ ਵਿਦਿਆਰਥੀ, ਜ਼ਰੂਰਤਮੰਦ ਵਿਦਿਆਰਥੀ ਜਿਹੜਾ ਆ ਉਹਨੂੰ ਸਫਰ ਕਰਨਾ ਪਏਗਾ। ਆਹ ਹਾਲ ਆ ਸਾਡੀ ਸਿਆਸਤ ਦਾ। ਮੈਂ ਕਿਹਾ ਸੀ ਨਾ ਕਿ ਆਪਾਂ ਸਿਆਸਤ ਦੀ ਗੱਲ ਇਸ ਕਰਕੇ ਕਰਦੇ ਹਾਂ ਕਿ ਆਮ ਲੋਕ ਪ੍ਰਭਾਵਿਤ ਹੁੰਦੇ ਆ ਸਿਆਸਤ ਤੋਂ। ਹੁਣ ਇਹਨਾਂ ਦੀ ਇਸ ਸਿਆਸਤ ਤੋਂ ਸਾਡੇ ਵਿਦਿਆਰਥੀ ਪ੍ਰਭਾਵਿਤ ਹੋ ਰਹੇ ਨੇ। ਇਹਨਾਂ ਦੇ ਕਾਟੋ ਕਲੇਸ਼ ਦੇ ਵਿੱਚੋਂ ਸੱਚ ਕੀ ਹੈ ਜਾਂਚ ਤੋਂ ਬਾਅਦ ਨਿਕਲ ਕੇ ਸਾਹਮਣੇ ਆਏਗਾ। ਪਰ ਇੱਕ ਗੱਲ ਜ਼ਰੂਰ ਹੈ, ਇਹਨਾਂ ਨੇ ਆਪਣਾ ਛੋਲਰ ਖਾਨਾ ਖਿਲਾਰਨਾ ਜਿਹੜਾ ਆ ਉਹ ਜ਼ਰੂਰ ਸ਼ੁਰੂ, ਤੇ ਸਿਆਸਤ ਇਹਦੇ ਤੇ ਭਖਣੀ ਸ਼ੁਰੂ ਹੋ ਗਈ ਹੈ। ਜੀ ਜਸਵੀਰ ਜੀ, ਇਸ ਮਾਮਲੇ ਤੇ ਆਪਾਂ ਥੋੜੀ ਜਿਹੀ ਵਿਰੋਧੀ ਧਿਰ ਦੀ ਗੱਲ ਕਰ ਲਈਏ। ਇਸ ਵਕਤ ਵਿਰੋਧੀ ਧਿਰ ਦੇ ਜਿਹੜੇ ਆਗੂ ਬਣੇ ਨੇ ਹਰਪਾਲ ਸਿੰਘ ਚੀਮਾ ਤੇ ਹੁਣ ਸੁਖਪਾਲ ਸਿੰਘ ਖਹਿਰਾ, ਹਾਲਾਂਕਿ ਆਪਣੇ ਘਰ ਚ ਹੋਏ ਇਕਾਂਤਵਾਸ ਹੋਏ ਨੇ, ਉਹ ਸਟੇਟਸ ਪਾ ਕੇ ਫੇਸਬੁੱਕ ਤੇ ਦੱਸ ਰਹੇ ਨੇ ਬਈ ਜਦੋਂ ਰਾਣਾ ਗੁਰਜੀਤ ਹੋਣਾ ਦਾ ਘਟਾਲਾ ਹੋਇਆ ਸੀ ਤਾਂ ਮੈਂ ਅਸਤੀਫਾ ਲਿਆ ਸੀ ਤੇ ਮੈਨੂੰ ਬਾਅਦ ਚ ਅਹੁਦੇ ਤੋਂ ਹਟਾਤਾ ਸੀ ਵਿਰੋਧੀ ਧਿਰ ਦੇ ਤੋਂ, ਇਹ ਕਹਿ ਕੇ ਕਿ ਅਸੀਂ ਕਿਸੇ ਦਲਿਤ ਆਗੂ ਨੂੰ ਵਿਰੋਧੀ ਧਿਰ ਦਾ ਆਗੂ ਬਣਾਉਣਾ ਤਾਂ ਕਿ ਦਲਿਤਾਂ ਨੂੰ ਜਿਹੜੀ ਨੁਮਾਇੰਦਗੀ ਮਿਲੇ। ਤੇ ਕਹਿੰਦੇ ਹੁਣ ਹਰਪਾਲ ਚੀਮਾ ਦਲਿਤਾਂ ਦੇ ਜਿਹੜੇ ਹੱਕਾਂ ਤੇ ਡਾਕਾ ਪਿਆ ਉਹਨੂੰ ਹੁਣ
ਬਚਾ ਕੇ ਦਿਖਾਵੇ ਹੁਣ ਚੁਣੌਤੀ ਆ। ਤੁਸੀਂ ਇਹਨੂੰ ਕਿੱਦਾਂ ਦੇਖਦੇ ਆ ਕਿ ਜਿਹੜੀ ਇਸ ਵਕਤ ਬੜਕਾ ਜਿਹੜੀਆਂ ਸੁਖਪਾਲ ਸਿੰਘ ਖਹਿਰਾ ਮਾਰ ਰਹੇ ਆ, ਹਰਪਾਲ ਸਿੰਘ ਚੀਮਾ ਲਈ ਇਹ ਸਥਿਤੀ ਕਿਹੋ ਜਿਹੀ ਹੈ? ਖਹਿਰਾ ਸਾਹਿਬ ਬੜਕਾ ਮਾਰਦੇ ਪਏ ਆ, ਪਰ ਥੋੜਾ ਜਿਹਾ ਇਹ ਵੀ ਤਾਂ ਦੱਸ ਦੇਣ ਕਿ ਉਹਨਾਂ ਦਾ ਸਟੇਟਸ ਕੀ ਹੈ। ਖਹਿਰਾ ਜੀ। ਸਾਹਿਬ ਇਹ ਵੀ ਦੱਸ ਦੇਣ ਨਾ ਕਿ ਪਹਿਲਾਂ ਅਸਤੀਫਾ ਦੇ ਦਿੱਤਾ ਤੇ ਫਿਰ ਅਸਤੀਫਾ ਰੋਕਣ ਲਈ ਕਿਉਂ ਕਿਹਾ ਕਿ ਮੈਂ ਅਸਤੀਫਾ ਨਹੀਂ ਦਿੱਤਾ, ਅਸਤੀਫਾ ਵਾਪਸ ਕਿਉਂ ਲਿਆ। ਘੱਟੋ ਘੱਟ ਜੀ। ਤਾਂ ਉਹਨਾਂ ਦਾ ਉਹ ਜਿਹੜਾ ਸਟੈਂਡ ਸੀਗਾ ਉਹ ਉਸ ਸਟੈਂਡ ਬਾਰੇ ਵੀ ਸਪਸ਼ਟ ਕਰ ਦੇਣ। ਕੋਈ ਸ਼ੱਕ ਨਹੀਂ, ਜਦੋਂ ਵਿਰੋਧੀ ਧਿਰ ਦੇ ਲੀਡਰ ਸੁਖਪਾਲ ਖਹਿਰਾ ਸੀ ਤੇ ਆਮ ਆਦਮੀ ਪਾਰਟੀ ਵਿਰੋਧੀ ਧਿਰ ਵਜੋਂ ਮਜ਼ਬੂਤੀ ਨਾਲ ਖੜਦੀ ਸੀਗੀ। ਕੋਈ ਜੀ। ਸ਼ੱਕ ਨਹੀਂ ਕਿ ਸੁਖਪਾਲ ਖਹਿਰਾ ਦੇ ਕੋਲੋਂ ਤੱਥ ਤੇ ਤਰਕ ਦੇ ਨਾਲ ਗੱਲ ਕਰਨ ਦਾ ਤਰੀਕਾ ਹੈਗਾ ਆ। ਕੋਈ ਸ਼ੱਕ ਨਹੀਂ ਹੈ ਕਿ ਸੁਖਪਾਲ ਖਹਿਰਾ ਜਿੰਨੀ ਦੇਰ ਤੱਕ ਵਿਰੋਧੀ ਧਿਰ ਦੇ ਲੀਡਰ ਸੀ, ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਪੁੱਛ ਪ੍ਰਤੀਤ ਹੈਗੀ ਸੀਗੀ। ਪਰ ਜੀ। ਇਹਦੇ ਵਿੱਚ ਇਹ ਨਹੀਂ ਕਹਿ ਸਕਦੇ ਕਿ ਸੁਖਪਾਲ ਖਹਿਰਾ ਦੀ ਉਸ ਵਜ੍ਹਾ ਕਰਕੇ ਉਹਨੂੰ ਅਹੁਦੇ ਤੋਂ ਹਟਾਇਆ ਗਿਆ, ਜਾਂ ਸੁਖਪਾਲ ਖਹਿਰਾ ਦੇ ਵਿੱਚ ਕੋਈ ਊਣਤਾਈ ਨਹੀਂ ਸੀਗੀ ਤੇ ਉਹ ਦੁੱਧ ਧੋਤਾ ਸੀਗਾ ਤਾਂ ਕਰਕੇ ਉਹਨੂੰ ਹਟਾਇਆ ਨਹੀਂ ਜਾਣਾ ਚਾਹੀਦਾ ਸੀ, ਜਾਂ ਆਮ ਆਦਮੀ ਪਾਰਟੀ ਜਿਹੜੀ ਆ ਸੁਖਪਾਲ ਖਹਿਰਾ ਨੂੰ ਹਟਾਉਣ ਤੋਂ ਬਾਅਦ ਬਹੁਤ ਅੱਗੇ ਵੱਲ ਨਿਕਲ ਗਈ ਹੈ ਤੇ ਇਸ ਕਰਕੇ ਉਹਨਾਂ ਨੇ ਜੋ ਕੀਤਾ ਠੀਕ ਕੀਤਾ। ਇਹ ਸਾਰੀਆਂ ਗੱਲਾਂ ਜੁੜੀਆਂ ਹੋਈਆਂ ਨੇ, ਪਰ ਇਕੱਲੇ ਬੈਠ ਕੇ ਇਦਾਂ ਦੇ ਬਿਆਨ ਜਾਰੀ ਕਰ ਦੇਣਾ ਕਾਫੀ ਨਹੀਂ ਹੈ। ਕੋਈ ਸ਼ੱਕ ਨਹੀਂ ਹੈ ਕਿ ਉਦੋਂ ਅਸਤੀਫਾ ਦਿੱਤਾ ਕਿੱਦਾਂ ਗਿਆ ਸੀ, ਲਿਆ ਕਿੱਦਾਂ ਗਿਆ ਸੀ, ਇਹ ਵੀ ਸਾਰੇ ਜਣੇ ਜਾਣਦੇ ਆ। ਅਸਤੀਫਾ ਦਾ ਪਤਾ ਲੱਗਾ ਸੀ, ਮਹੀਨਾ ਹੋ ਗਿਆ ਸੀ ਕੈਪਟਨ ਅਮਰਿੰਦਰ ਸਿੰਘ ਕੋਲ ਪਏ ਨੂੰ, ਰਾਣਾ ਗੁਰਜੀਤ ਸਿੰਘ ਹੋਰਾਂ ਦਾ, ਤੇ ਉਹ ਤਾਂ ਰਾਹੁਲ ਗਾਂਧੀ ਹੋਰਾਂ ਨੇ ਜਦੋਂ ਕਹਿਤਾ ਕਿ ਮੈਂ ਦੂਜੀ ਗੱਲ ਹੀ ਨਹੀਂ ਸੁਣਦਾ, ਅਸਤੀਫਾ ਲੈ ਲਓ, ਉਹ ਅਸਤੀਫਾ ਸਵੀਕਾਰ ਕੀਤਾ ਗਿਆ ਸੀਗਾ। ਜੀ। 1 ਮਹੀਨਾ ਤਾਂ ਕੈਪਟਨ ਸਾਹਿਬ ਕੋਲ ਪਿਆ ਹੀ ਰਿਹਾ ਸੀਗਾ ਨਾ। ਮਸਲਾ ਇਹ ਨਹੀਂ ਹੈ ਕਿ ਵਿਰੋਧੀ ਧਿਰ ਕੀ ਕਰਦੀ ਆ। ਹੁਣ ਵਿਰੋਧੀ ਧਿਰ ਦੀ ਗੱਲ ਕਰ ਲਈਏ, ਅਕਾਲੀ ਦਲ ਇਸ ਵੇਲੇ ਕਹਿੰਦਾ ਕਿ ਮੈਂ ਵਿਰੋਧੀ ਧਿਰ ਹਾਂ, ਆਮ ਆਦਮੀ ਪਾਰਟੀ ਦਾ ਵਿਰੋਧੀ ਧਿਰ ਹੈ ਹੀ ਨਹੀਂ ਆ। ਹੁਣ ਧਰਮਸੋਤ ਦਾ ਅਸਤੀਫਾ ਮੰਗਿਆ ਜਾ ਰਿਹਾ, ਨਾਅਰੇਬਾਜ਼ੀਆਂ ਕੀਤੀਆਂ ਜਾ ਰਹੀਆਂ। ਕੱਲ ਜਲੰਧਰ ਦੇ ਵਿੱਚ ਧਰਨਾ ਲਾ ਕੇ ਬੈਠੇ ਸੀ ਪਵਨ ਕੁਮਾਰ ਟੀਨੂ ਹੋਰੀ, ਤੇ ਇਹ ਦੱਸ ਦੇਣ ਕਿ ਜਦੋਂ ਕਿਸੇ ਮੰਤਰੀ ਦਾ ਏਦਾਂ ਘੁਟਾਲੇ 'ਚ ਨਾਂ ਆਉਂਦਾ ਆ, ਜਿੱਦਾਂ ਹੁਣ ਇਹ ਅਸਤੀਫੇ ਮੰਗਦੇ ਆ, ਇਹ ਨਸ਼ੇ ਦਾ ਮੁੱਦਾ ਉੱਠਿਆ ਸੀ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ। ਇਹਨਾਂ ਦੇ ਵੀ ਇੱਕ ਕੈਬਨਿਟ ਮੰਤਰੀ ਦਾ ਨਾਂ ਵੱਜਣ ਲੱਗ ਪਿਆ ਸੀਗਾ ਉਹਦੇ ਵਿੱਚ। ਕੀ ਉਹ ਨਾਂ ਵੱਜਣ ਦੇ ਨਾਲ ਪੈਂਦੀ ਸੱਟੇ ਅਸਤੀਫਾ ਦੇ ਦਿੱਤਾ ਸੀਗਾ ਉਸ ਮੰਤਰੀ ਨੇ, ਜਾਂ ਬਾਅਦ 'ਚ ਉਹਦਾ ਬਚਾਅ ਕੀਤਾ ਗਿਆ ਸੀ, ਉਹਦੀ ਜਗ੍ਹਾ ਤੇ ਬਲੀ ਕਈਆਂ ਹੋਰਨਾਂ ਦੀ ਚਾੜ ਦਿੱਤੀ ਗਈ ਸੀਗੀ? ਇਹ ਵੀ ਤਾਂ ਸਾਰੇ ਪੰਜਾਬ ਨੇ ਦੇਖਿਆ ਨਾ। ਸੋ ਗੱਲ ਇਹੀ ਹੈ ਕਿ ਜਦੋਂ ਤਾਂ ਵਿਰੋਧੀ ਧਿਰ 'ਚ ਬੈਠੇ ਹੁੰਦੇ ਨੇ ਸਾਡੇ ਇਹ ਲੀਡਰ, ਇਹਨਾਂ ਦਾ ਰੌਂ, ਇਹਨਾਂ ਦੀਆਂ ਬਿਆਨਬਾਜ਼ੀਆਂ ਤੇ ਇਹਨਾਂ ਦਾ ਜਿਹੜਾ ਗੱਲ ਕਰਨ ਦਾ ਤਰੀਕਾ ਉਹ ਵੱਖਰਾ ਹੁੰਦਾ, ਤੇ ਜਦੋਂ ਆਉਂਦੇ ਸੱਤਾ ਦੇ ਵਿੱਚ ਇਹਨਾਂ ਦੇ ਸੋਚਣ ਦਾ ਤਰੀਕਾ, ਕੰਮ ਕਰਨ ਦਾ ਤਰੀਕਾ, ਬਿਆਨਬਾਜ਼ੀਆਂ ਦੇਣ ਦਾ ਤਰੀਕਾ ਬਿਲਕੁਲ ਵੱਖਰਾ ਹੁੰਦਾ ਆ। ਸੱਤਾ 'ਚ ਹੁੰਦੇ ਇਸੇ ਘੁਟਾਲੇ 'ਚ ਇਹਨਾਂ ਦਾ ਕੋਈ ਮੰਤਰੀ ਫਸਿਆ ਹੁੰਦਾ ਤੇ ਅਕਾਲੀ ਦਲ ਨੇ ਚੂੰ ਨਹੀਂ ਕਰਨੀ ਸੀਗੀ ਤੇ ਸਿੱਧਾ ਵਿਰੋਧੀ ਧਿਰਾਂ ਨੂੰ ਘੇਰਨਾ ਸੀਗਾ, ਤੇ ਹੁਣ ਉਹ ਵਿਰੋਧੀ ਧਿਰ 'ਚ ਆ, ਉਹ ਕਾਂਗਰਸ ਨੂੰ ਘੇਰਦੇ ਪਏ। ਇਹੀ ਹਾਲ ਕਾਂਗਰਸ ਦਾ ਆ। ਜਦੋਂ ਕਾਂਗਰਸ ਵਿਰੋਧੀ ਧਿਰ 'ਚ ਸੀ ਤੇ ਜਾਖੜ ਸਾਹਿਬ ਰੇਹੜੀ ਤੇ ਉਹ ਰੇਤਾ ਰੂਤਾ ਰੱਖ ਕੇ ਘੁੰਮਦੇ ਹੁੰਦੇ ਸੀ, ਵੇਚਦੇ ਹੁੰਦੇ ਸੀ ਕਿ ਖੰਡ ਦੇ ਭਾਅ ਵਿਕਦੀ ਆ। ਇੱਕ ਜਾਖੜ ਸਾਹਿਬ ਮੋਟਰਸਾਈਕਲ ਲੈ ਕੇ ਵੀ ਘੁੰਮਦੇ ਹੁੰਦੇ ਸੀ ਰੈਲੀਆਂ 'ਚ ਵੀ, ਆਹ ਅਕਾਲੀਆਂ ਦਾ ਟਰੱਕ ਆ। ਉਹ ਜਿਹੜਾ ਘੁਟਾਲਾ ਹੋਇਆ ਸੀ, ਜਿਹਨੂੰ ਬਾਅਦ 'ਚ ਲੋਨ ਦੇ ਵਿੱਚ ਬਦਲ ਦਿੱਤਾ ਗਿਆ ਸੀ 31,000 ਕਰੋੜ ਰੁਪਈਆ, ਉਹਦਾ ਕੀ ਕੀਤਾ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਕਾਂਗਰਸ ਨੇ? ਕੱਖ ਨਹੀਂ ਕੀਤਾ, ਸਾਰਾ ਉੱਥੇ ਦਾ ਉੱਥੇ। ਬਸ ਇਹੀ ਹੈ ਕਿ ਜਦੋਂ ਵਿਰੋਧੀ ਧਿਰ 'ਚ ਲੋਕਾਂ 'ਚ ਇਹ ਕਾਵਾਂ ਰੌਲੀ ਪਾਉਣੀ ਆ ਕਿ ਅਸੀਂ ਤੁਹਾਡੇ ਹਿੱਤ ਦੀ ਗੱਲ ਕਰਦੇ ਆ, ਅਸੀਂ ਸੱਚੇ ਸੁੱਚੇ ਬੰਦੇ ਆ, ਜਿਹੜੇ ਸੱਤਾ 'ਚ ਬੈਠੇ ਉਹ ਤਾਂ ਨਲਾਇਕ ਆ, ਉਹ ਤਾਂ ਭ੍ਰਸ਼ਟਾਚਾਰੀ ਹੈ, ਤੇ ਜਦੋਂ ਸੱਤਾ 'ਚ ਆਉਂਦੇ ਆ ਫਿਰ ਮੌਨ ਧਾਰਨ ਕਰ ਲੈਂਦੇ, ਫਿਰ ਚੁੱਪ ਕਰ ਜਾਂਦੇ, ਫਿਰ ਆਪਣੇ ਤਰੀਕੇ ਨਾਲ ਇਹ ਚੀਜ਼ਾਂ ਦੇਖਦੇ। ਭਾਵ ਕਿ ਸਰਕਾਰ ਕਿਸੇ ਵੀ ਪਾਰਟੀ ਦੇ ਹੋਵੇ ਮਨਦੀਪ ਜੀ, ਭਾਵੇਂ ਅਕਾਲੀ ਭਾਜਪਾ ਗੱਠਜੋੜ ਸੱਤਾ 'ਚ ਬੈਠ ਜਾਵੇ, ਭਾਵੇਂ ਕਾਂਗਰਸ ਬੈਠ ਜਾਵੇ, ਕੰਮ ਕਰਨ ਦਾ ਦੋਨਾਂ ਦਾ ਤਰੀਕਾ ਇੱਕੋ ਜਿਹਾ ਹੀ ਹੋਣਾ ਆ, ਬਹੁਤਾ ਫਰਕ ਨਹੀਂ ਪੈਂਦਾ। ਲਾ ਪਾ ਕੇ ਪੱਗਾਂ ਦੇ ਰੰਗ ਤੇ ਚਿਹਰਿਆਂ ਦੀਆਂ ਜਿਹੜੀਆਂ ਬਣਤਰਾਂ ਉਣਤਰਾਂ ਆ ਉਹ ਬਦਲਦੀਆਂ ਨਜ਼ਰ ਆਉਣਗੀਆਂ। ਲੋਕਾਂ ਲਈ ਹਾਲਾਤ ਇੰਨ ਬਿੰਨ ਉਸੇ ਤਰੀਕੇ ਦੇ ਰਹਿੰਦੇ, ਕੋਈ ਬਹੁਤਾ ਬਦਲਾਅ ਆਉਂਦਾ ਨਜ਼ਰ ਨਹੀਂ ਆਉਂਦਾ। ਸਮੱਸਿਆ ਇਹੀ ਆ ਸਾਡੀ ਸਿਆਸਤ ਦੀ ਕਿ ਉੱਥੇ ਦੀ ਉੱਥੇ ਆਣ ਕੇ ਖੜ ਜਾਂਦੀ, ਕੋਹਲੂ ਦੇ ਬੈਲ ਵਾਂਗੂ। ਵਿਰੋਧੀ ਧਿਰ 'ਚ ਜਿਹੜੀਆਂ ਗੱਲਾਂ ਸੱਤਾ 'ਚ ਬੈਠੀ ਨਹੀਂ ਕਰਨੀਆਂ, ਉਹ ਵਿਰੋਧੀ ਧਿਰ 'ਚ ਬੈਠ ਕੇ ਕਰਨੀਆਂ, ਤੇ ਜਿਹੜੀਆਂ ਸੱਤਾ 'ਚ ਬੈਠੀਆਂ ਨੇ ਕਰਨੀਆਂ, ਉਹ ਵਿਰੋਧੀ ਧਿਰ 'ਚ ਨਹੀਂ ਗੱਲਾਂ ਕਰਨੀਆਂ। ਸੋ ਕੁੱਲ ਮਿਲਾ ਕੇ ਉੱਥੇ ਹੀ ਘੁੰਮਦੇ ਰਹਿੰਦੇ ਆ। ਕਾਂਗਰਸ ਵਿਰੋਧੀ ਧਿਰ 'ਚ ਆਈ ਤੇ ਉਹਨੇ ਸਰਕਾਰ ਨੂੰ ਘੇਰਨਾ, ਹੁਣ ਅਕਾਲੀ ਦਲ ਵਿਰੋਧੀ ਧਿਰ 'ਚ ਆ ਤੇ ਉਹਨੇ ਸਰਕਾਰ ਨੂੰ ਘੇਰਨਾ। ਕੁੱਲ ਮਿਲਾ ਕੇ ਜੇ ਪੰਜਾਬ ਦੇ ਹਿੱਤਾਂ ਦੀ ਗੱਲ ਕਰਨੀ ਹੁੰਦੀ ਤਾਂ ਭਾਈ ਖੇਤੀ ਆਰਡੀਨੈਂਸ ਦੇ ਮਾਮਲੇ ਤੇ ਅਕਾਲੀ ਦਲ ਕਾਹਤੋਂ ਨਹੀਂ ਇਸ ਤਰੀਕੇ ਨਾਲ ਖੜਦਾ, ਸੜਕਾਂ ਤੇ ਕਾਹਤੋਂ ਨਹੀਂ ਉਤਰਦਾ, ਕਿਉਂ ਉਸ ਮਾਮਲੇ ਤੇ ਚੁੱਪ ਧਾਰ ਕੇ ਬਹਿ ਜਾਂਦਾ, ਕਿਉਂ ਉਸ ਮਾਮਲੇ ਤੇ ਕਹਿ ਦਿੰਦਾ ਕਿ ਵਿਰੋਧੀ ਧਿਰ ਆ ਅਸੀਂ ਤੇ ਸਾਨੂੰ ਵਿਧਾਨ ਸਭਾ 'ਚ ਜਾਣ ਨਹੀਂ ਦਿੱਤਾ, ਸਾਡੇ ਘਰਾਂ ਦੇ ਬਾਹਰ ਪੁਲਿਸ ਤੈਨਾਤ ਕਰ ਦਿੱਤੀ। ਹੁਣ ਤਾਂ ਪੁਲਿਸ ਤੈਨਾਤ ਨਹੀਂ ਹੋਈ, ਧਰਨਿਆਂ ਪ੍ਰਦਰਸ਼ਨਾਂ ਦੇ ਉੱਤੇ ਰੋਕ ਲੱਗੀ ਹੋਈ ਆ, ਪਰਚੇ ਦਰਜ ਹੋਣ ਡੇ ਆਮ ਲੋਕਾਂ ਤੇ ਜੇ ਇਕੱਠ ਕਰ ਲੈਂਦੇ ਆ। ਹੁਣ ਨਹੀਂ ਤੁਹਾਨੂੰ ਪੁਲਿਸ ਦਾ ਡਰ, ਹੁਣ ਨਹੀਂ ਤੁਹਾਨੂੰ ਪਰਚਿਆਂ ਦਾ ਡਰ। ਇਹ ਮਸਲਾ ਇਹ ਹੈ ਕਿ ਲੋਕਾਂ ਨੂੰ ਹਾਥੀ ਦੇ ਦੰਦਾਂ ਵਾਂਗੂ ਦਿਖਾਉਣ ਲਈ ਹੋਰ ਦੰਦ ਆ ਤੇ ਖਾਣ ਲਈ ਹੋਰ ਦੰਦ ਆ। ਇਹ ਸਾਡੇ ਸਿਆਸਤਦਾਨਾਂ ਦਾ ਹਾਲ ਆ, ਪਾਰਟੀ ਭਾਵੇਂ ਕੋਈ ਵੀ ਹੈ, ਲੀਡਰ ਭਾਵੇਂ ਕੋਈ ਵੀ ਹੈ। ਜੀ ਬਿਲਕੁਲ।
ਅੱਛਾ ਜਸਵੀਰ ਜੀ, ਇਹਦੇ ਨਾਲ ਲੱਗਦੀ ਗੱਲ ਸ਼ੁਰੂ ਕਰਦੇ ਆ ਕੇਂਦਰ ਤੇ ਸੂਬਿਆਂ ਦੀ। ਕੁਝ ਕੁ ਮਹੀਨੇ ਪਹਿਲਾਂ ਹਾਲਾਂਕਿ ਮੋਦੀ ਸਰਕਾਰ ਦੇ ਵਿੱਚ ਕਹਿੰਦੇ ਕਿ ਦੋ ਵੱਡੇ ਫੈਸਲੇ ਜਿਹੜੇ ਹੋਏ ਆ, ਇੱਕ ਨੋਟਬੰਦੀ ਤੇ ਇੱਕ ਜੀਐਸਟੀ। ਜੀਐਸਟੀ ਬਾਰੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਜਾ ਰਹੀਆਂ ਸੀ, ਪਰ ਹੁਣ ਸੁਣਿਆ ਕਿ ਇਹ ਜੀਐਸਟੀ ਜਿੱਥੇ ਸੂਬਿਆਂ ਨੂੰ ਜਿਹੜੀ ਉਹ ਰਾਸ ਨਹੀਂ ਆ ਰਹੀ, ਉੱਥੇ ਹੀ ਤਕਰਾਰ ਦਾ ਵੀ ਇੱਕ ਕਾਰਨ ਬਣ ਗਈ ਹੈ ਕਿ ਸੂਬੇ ਅਤੇ ਕੇਂਦਰ ਦੇ ਵਿੱਚ ਪੈਸੇ ਨੂੰ ਲੈਣ ਦੇਣ ਕਰਕੇ ਤਕਰਾਰ ਹੋ ਰਹੀ ਹੈ। ਕਿ ਜਿਵੇਂ ਆਪਣੇ ਪੰਜਾਬੀ ਨਹੀਂ ਕਹਿੰਦੇ ਹੁੰਦੇ ਵੀ ਕੁਛ ਜਦੋਂ ਪੱਲੇ ਨਹੀਂ ਹੁੰਦਾ ਤੇ ਕਹਿੰਦੇ ਵੀ ਝੱਗਾ ਚੱਕ ਕੇ ਦਿਖਾਤਾ, ਬਸ ਕਹਿੰਦੇ ਕੁਛ ਇਹੋ ਜਿਹਾ ਕੰਮ ਕੇਂਦਰ ਵੱਲੋਂ ਕੀਤਾ ਜਾ ਰਿਹਾ ਇਸ ਵਕਤ। ਝੱਗਾ ਚੱਕ ਕੇ ਦਿਖਾਉਣਾ ਹੋਵੇ ਸਾਫ਼ ਸਪਸ਼ਟ ਤੌਰ ਤੇ ਤਾਂ ਵੀ ਮੰਨ ਲੈਨੇ ਕਿ ਭਾਈ ਕਹਿਤਾ ਕਿ ਮੇਰੇ ਪੱਲੇ ਕੱਖ ਨਹੀਂ ਆ, ਪਰ ਕੇਂਦਰ ਦੀ ਸਰਕਾਰ ਇਸ ਵੇਲੇ ਇਹ ਕਰ ਰਹੀ ਹੈ ਕਿ ਝੱਗਾ ਚੱਕ ਕੇ ਥੱਲੇ ਚਾਂਦੀ ਦੇ ਵਰਕ ਨਹੀਂ ਲੱਗੇ ਹੁੰਦੇ ਬਰਫੀ ਦੇ ਉੱਤੇ, ਤੇ ਦੇਖਣ ਨੂੰ ਬਹੁਤ ਸੋਹਣੀ ਲੱਗਦੀ ਭਾਵੇਂ ਵਿੱਚ ਉੱਲੀ ਲੱਗੀ ਹੋਏ, ਉਹ ਕੰਮ ਕੀਤਾ ਹੋਇਆ। ਉਹ ਪੇਟ ਦੇ ਅੰਦਰ ਮੈਨੂੰ ਲੱਗਦਾ ਉੱਲੀ ਲੱਗੀ ਹੈ ਤੇ ਝੱਗਾ ਚੱਕਦੇ ਆ ਤੇ ਪੇਟ ਦੇ ਉੱਤੇ ਉਹ ਚਾਂਦੀ ਦੇ ਵਰਕ ਚਮਕਦਾਰ ਲਾਏ ਹੋਏ ਆ ਕਿ ਅਸੀਂ ਆਹ ਕਰ ਦਾਂਗੇ ਤੇ ਅਸੀਂ ਉਹ ਕਰ ਦਾਂਗੇ। ਝੱਗਾ ਉਸ ਤਰੀਕੇ ਨਾਲ ਵੀ ਨਹੀਂ ਚੱਕਿਆ ਜਾਂਦਾ। ਹੁਣ ਕੇਂਦਰ ਸਰਕਾਰ ਇਹ ਵੀ ਦਾਅਵੇ ਕਰਦੀ ਹੈ ਕਿ ਸਾਡਾ ਸਿਸਟਮ ਬਹੁਤ ਵਧੀਆ ਹੈ, ਅਸੀਂ ਜੋ ਕੁਝ ਕਰਤਾ ਕੋਈ ਹੋਰ ਸਰਕਾਰ ਕਰ ਹੀ ਨਹੀਂ ਸਕਦੀ। 70 ਸਾਲ ਗਣਾਉਂਦੇ ਰਹਿੰਦੇ ਕਿ 70 ਸਾਲ 'ਚ ਨਹੀਂ ਹੋਇਆ। ਹੁਣ ਆਹ ਸਥਿਤੀਆਂ ਬਣੀਆਂ ਨੇ ਕਿ ਸੂਬਿਆਂ ਨੂੰ ਜੀਐਸਟੀ ਦੀ ਜਿਹੜੀ ਬਕਾਇਆ ਰਾਸ਼ੀ ਆ ਉਹ ਕੇਂਦਰ ਦੇਣ ਦੇ ਸਮਰੱਥ ਆਪਣੇ ਆਪ ਨੂੰ ਇਸ ਵੇਲੇ ਨਹੀਂ ਸਮਝਦਾ। ਕਾਰਨ ਕੀ ਹੈ? ਇਸ ਵੇਲੇ ਸੂਬਿਆਂ ਦਾ ਖਾਸ ਤੌਰ ਤੇ ਜਿਹੜੇ ਗੈਰ ਭਾਜਪਾ ਸ਼ਾਸਿਤ ਸੂਬੇ ਨੇ ਉਹਨਾਂ ਦਾ ਕੋਈ 2,35,000 ਕਰੋੜ ਰੁਪਈਆ ਜੀਐਸਟੀ ਦਾ ਬਕਾਇਆ ਆ ਕੇਂਦਰ ਸਰਕਾਰ ਦੇ ਵੱਲ, ਤੇ ਕੇਂਦਰ ਸਰਕਾਰ ਨੂੰ ਆਹ ਵਾਲਾ 2,35,000 ਕਰੋੜ ਰੁਪਈਆ ਲੱਭਦਾ ਨਹੀਂ ਕਿਤੋਂ ਕਿ ਇਹਨਾਂ ਨੂੰ ਦੇ ਦਿੱਤਾ ਜਾਵੇ। ਲੱਭੇ ਕਿੱਥੋਂ? ਉਹ 20 ਲੱਖ ਕਰੋੜ ਦਾ ਜਿਹੜਾ ਪੈਕੇਜ ਘੋਸ਼ਿਤ ਕੀਤਾ ਸੀ ਉਹ ਨਹੀਂ ਕਿਸੇ ਨੂੰ ਧੇਲਾ ਲੱਭਾ, ਉਹ ਲੋਨ ਮੇਲਾ ਲੱਗਦਾ ਸੀਗਾ। ਤੇ ਇੱਥੇ ਵੀ ਹੁਣ ਕੀ ਹੋ ਗਿਆ? ਜੀਐਸਟੀ ਦੇ ਵਿੱਚ ਵੀ ਕੇਂਦਰ ਸਰਕਾਰ ਨੇ ਕਹਿਤਾ, ਜੀਐਸਟੀ ਕੌਂਸਲ ਨੇ ਕਹਿਤਾ ਕਿ ਭਾਈ ਤੁਸੀਂ ਲੋਨ ਲੈ ਲਓ। ਲੋਨ ਕਿੱਥੋਂ ਲੈਣਾ? ਜਾਂ ਮਾਰਕੀਟ ਚੋਂ ਲੋਨ ਲੈ ਲਓ ਜਾਂ ਲੋਨ ਲੈ ਲਓ ਆਰਬੀਆਈ ਤੋਂ। ਮਤਲਬ ਸਾਡੇ ਹੱਥ ਖੜੇ ਆ ਤੇ ਇਹ ਵੀ ਨਹੀਂ ਕਹਿਣਾ ਕਿ ਅਸੀਂ ਨਹੀਂ ਕੁਝ ਕਰ ਰਹੇ, ਅਸੀਂ ਤੁਹਾਡੇ ਨਾਲ ਖੜੇ ਆ। ਇਹ ਗੱਲ ਕਹਿ ਰਹੇ ਆ ਕਿ ਅਸੀਂ ਤੁਹਾਡੇ ਨਾਲ ਖੜੇ ਆ, ਪਰ ਲੋਨ ਕਿੱਥੋਂ ਲੈਣਾ ਤੁਸੀਂ? ਜਾਂ ਆਰਬੀਆਈ ਤੋਂ ਲੈ ਲਓ ਜਾਂ ਮਾਰਕੀਟ ਚੋਂ ਲੈ ਲਓ। ਹੁਣ ਉਹ ਦੇਣਾ ਕਿਹਨੇ ਆ? ਕਰਜ਼ਾ ਕਿਹਨੇ ਚੁਕਾਉਣਾ? ਸੂਬਿਆਂ ਨੇ ਚੁਕਾਉਣਾ ਨਾ। ਸੂਬਿਆਂ ਦੀ ਹਾਲਤ ਤਾਂ ਪਹਿਲਾਂ ਹੀ ਬੜੀ ਮਾੜੀ ਹੈ। ਆ ਜਿਹੜੇ ਕਰੋਨਾ ਵਾਇਰਸ ਦਾ ਕਰਕੇ ਜੇ ਕੇਂਦਰ ਕਹਿੰਦਾ ਹੈ ਕਿ ਸਾਡੀ ਹਾਲਤ ਪਤਲੀ ਹੋ ਗਈ, ਭਾਈ ਉਹ ਅਸਰ ਸੂਬਿਆਂ ਤੇ ਵੀ ਤਾਂ ਪਿਆ ਹੀ ਹੈ। ਉਹਨਾਂ ਕ ਜੀਐਸਟੀ ਲਾਗੂ ਕਰਨ ਲੱਗਿਆ ਇਹਨਾਂ ਨੇ ਦਾਅਵੇ ਕੀਤੇ ਸੀਗੇ ਕਿ 5 ਸਾਲ ਦੀ ਟਰਮ ਰੱਖੀ ਜਾਏਗੀ, ਵਾਧਾ ਘਾਟਾ ਜਿਹੜਾ ਕਰਨ ਵਾਲਾ ਹੋਏਗਾ ਉਹ 5 ਸਾਲ ਬਾਅਦ ਦੇਖਿਆ ਜਾਏਗਾ। ਜੇ ਸੂਬਿਆਂ ਨੂੰ ਘਾਟਾ ਕਿਸੇ ਗੱਲੋਂ ਪੈਂਦਾ ਹੋਇਆ ਤੇ ਉਹਦਾ ਮੁਆਵਜ਼ਾ ਕੇਂਦਰ ਸਰਕਾਰ ਦੇਗੀ। ਇਹ ਗੱਲ ਕੀਤੀ ਗਈ ਸੀ ਪਹਿਲਾਂ, ਤੇ ਹੁਣ ਜਦੋਂ ਘਾਟਾ ਪੈ ਰਿਹਾ ਉਦੋਂ ਕੇਂਦਰ ਸਰਕਾਰ ਆਪਣੇ ਪੈਰ ਪਿੱਛੇ ਖਿੱਚ ਰਹੀ ਹੈ। ਹਾਲਾਤ ਇਹ ਨੇ ਕਿ ਇਸ ਵੇਲੇ ਜਿਹੜੀ ਅਪ੍ਰੈਲ ਜੂਨ ਦੀ ਤਿਮਾਹੀ ਹੈ ਇਹਦੇ ਵਿੱਚ ਕੇਂਦਰ ਸਰਕਾਰ ਦੀ ਜੇ ਗੱਲ ਕਰ ਲਈਏ, ਮੁਲਕ ਦੀ ਜਿਹੜੀ ਜੀਡੀਪੀ ਆ ਅਰਥਚਾਰਾ ਉਹ ਤਕਰੀਬਨ 23.9% ਹੇਠਾਂ ਡਿੱਗਾ ਆ। ਹਾਲਾਤ ਇਹ ਬਣ ਗਏ ਆ, ਪਿਛਲੇ 25 ਸਾਲ ਦੇ ਵਿੱਚ ਐਡੀ ਬੁਰੀ ਹਾਲਤ ਮੁਲਕ ਦੀ ਨਹੀਂ ਹੋਈ ਸੀ ਜਿੰਨੀ ਮੁਲਕ ਦੀ ਹਾਲਤ ਇਸ ਵੇਲੇ ਹੋਈ ਆ ਅਰਥਚਾਰੇ ਦੇ ਮਾਮਲੇ ਦੇ ਵਿੱਚ। ਰਾਹੁਲ ਗਾਂਧੀ ਨੇ ਤਾਂ ਇੱਥੋਂ ਤੱਕ ਵੀ ਕਹਿਤਾ ਕਿ ਵੀਡੀਓ ਬਹੁਤ ਜਾਰੀ ਕਰਦੇ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ। ਆ ਹੁਣ G23 ਇੱਕ ਵੀਡੀਓ ਜਾਰੀ ਕਰਨ। G23 ਮਤਲਬ ਜੀਐਸਟੀ ਤੇ ਗਰੋਥ, ਇਹ ਦੋਨਾਂ ਚੀਜ਼ਾਂ ਨੂੰ ਲੈ ਕੇ ਜਿੱਥੇ ਆ ਪਹੁੰਚੀ ਹੋਈ ਹੈ 23% ਤੇ ਅਰਥਚਾਰਾ ਥੱਲੇ ਨੂੰ ਪਹੁੰਚਾ ਹੋਇਆ, ਇਹਨੂੰ ਲੈ ਕੇ ਵੀਡੀਓ ਜਾਰੀ ਕਰਨ। ਉਹਨਾਂ ਨੇ ਤੰਜ਼ ਕੱਸਿਆ ਹੈ ਇਸ ਮਾਮਲੇ ਦੇ ਵਿੱਚ। ਪਰ ਕੇਂਦਰ ਸਰਕਾਰ ਕੀ ਕਹਿੰਦੀ ਹੈ? ਕੇਂਦਰ ਸਰਕਾਰ ਇਸ ਮਾਮਲੇ ਤੇ ਮੌਨ ਆ। ਉਹ ਅਜੇ ਵੀ ਟੀਵੀ ਚੈਨਲਾਂ ਦੇ ਜ਼ਰੀਏ ਹਿੰਦੁਸਤਾਨ ਸੁਸ਼ਾਂਤ ਸਿੰਘ ਰਾਜਪੂਤ ਵਾਲਾ ਕੇਸ ਉਸੇ ਨੂੰ ਰਿੜਕੀ ਜਾ ਰਿਹਾ, ਉਹਦੇ ਆਲੇ ਦੁਆਲੇ ਗੱਲਾਂ ਕਰੀ ਜਾ ਰਿਹਾ ਕਿ ਮੁਲਕ ਦੇ ਵਿੱਚ ਕੀ ਹੋ ਵਾਪਰ ਰਿਹਾ, ਇਹਦੇ ਵੱਲ ਕੋਈ ਧਿਆਨ ਨਹੀਂ। ਨਾ ਕਰਤੀ ਆ ਕੇਰਲ ਨੇ, ਠੋਕ ਕੇ ਜਵਾਬ ਦਿੱਤਾ ਅਸੀਂ ਨਹੀਂ ਲੈਣਾ ਲੋਨ, ਅਸੀਂ ਨਹੀਂ ਲੈਣਾ ਕਰਜ਼ਾ, ਸਿੱਧਾ ਸਾਨੂੰ ਜਿਹੜਾ ਹੱਕ ਬਣਦਾ ਜੀਐਸਟੀ ਦੇ ਵਿੱਚ ਉਹ ਦਿੱਤਾ ਜਾਵੇ। ਥਾਮਸ ਇਸਾਕ ਨੇ ਕਹਿਤਾ ਆ ਕਿ ਅਸੀਂ ਹੱਕ ਲੈਣਾ। ਇੱਧਰੋਂ ਵਿੱਤ ਮੰਤਰੀ ਜਿਹੜਾ ਮਨਪ੍ਰੀਤ ਬਾਦਲ ਆ ਉਹਨਾਂ ਨੇ ਕਹਿਤਾ ਕਿ ਅਸੀਂ ਆਪਣਾ ਹੱਕ ਲੈਣਾ। ਜੋ ਦਾਅਵੇ ਜੋ ਵਾਅਦੇ ਜੀਐਸਟੀ ਲਾਗੂ ਕਰਨ ਵੇਲੇ ਕੇਂਦਰ ਸਰਕਾਰ ਨੇ ਕੀਤੇ ਸੀ ਉਹ ਹੁਣ ਪੂਰੇ ਕਰੇ। ਬਹੁਤ ਹਿੱਕ ਠੋਕ ਕੇ ਕਿਹਾ ਸੀ ਨਾ, ਇੱਕ ਟੈਕਸ ਇੱਕ ਮੁਲਕ, ਤੇ ਹੁਣ ਉਸ ਸਾਰੀਆਂ ਚੀਜ਼ਾਂ ਨੂੰ ਨਿਭਾਉਣ ਦੀ ਵੀ ਲੋੜ ਆ। ਕੋਈ ਸ਼ੱਕ ਨਹੀਂ ਹੈ ਅਰਥਚਾਰਾ ਇਕੱਲੇ ਸਾਡੇ ਮੁਲਕ ਦਾ ਨਹੀਂ, ਬਾਕੀ ਵਿਸ਼ਵ ਦੇ ਹੋਰਨਾਂ ਮੁਲਕਾਂ ਦੇ ਵਿੱਚ ਵੀ ਚਰਮਰਾਇਆ ਆ। ਪਰ ਉੱਥੇ ਤੁਸੀਂ ਪੈਟਰੋਲ ਦੀਆਂ ਕੀਮਤਾਂ, ਬਾਕੀ ਮੁਲਕਾਂ ਦੀ ਗੱਲ ਕਰ ਲਈਏ ਤੇ ਉੱਥੇ ਉਹਨਾਂ ਨੇ ਰਾਹਤਾਂ ਦਿੱਤੀਆਂ। ਇੱਥੇ ਕੀ ਕੀਤਾ ਕੇਂਦਰ ਸਰਕਾਰ ਨੇ? ਪੈਟਰੋਲ ਦੀਆਂ ਕੀਮਤਾਂ ਦੇ ਵਿੱਚ 1 ਰੁਪਈਏ ਦੀ ਕਮੀ ਨਹੀਂ ਕੀਤੀ ਆ। ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਜਿਹੜਾ ਉਹ ਪੈਟਰੋਲ ਦੀਆਂ ਕੀਮਤਾਂ ਵਧੀਆਂ ਨੇ। ਔਰ ਉਹ ਜਿਹੜੀ ਕਮਾਈ ਕਿੱਥੇ ਗਈ ਭਾਈ? ਉਹ ਕਮਾਈ ਤਾਂ ਤੁਸੀਂ ਸਾਂਭ ਕੇ ਰੱਖੀ ਜਾਂਦੇ ਆ। ਉਹ ਜਿਹੜਾ PM ਕੇਅਰਸ ਫੰਡ ਬਣਾਇਆ ਸੀਗਾ ਉਹਦੇ ਵਿੱਚ ਜਿਹੜੇ ਪੈਸੇ ਜਮ੍ਹਾਂ ਹੋਏ ਆ ਉਹ ਕਿੱਥੇ ਖਰਚਣੇ ਆ, ਕਿੱਥੇ ਲੈ ਕੇ ਜਾਣੇ ਆ? ਕਿਉਂਕਿ ਅਜੇ ਤੱਕ ਕਰੋਨਾ ਨੂੰ ਲੈ ਕੇ ਤਾਂ ਕੋਈ ਏਡਾ ਵੱਡਾ ਖਰਚਾ ਕੀਤਾ ਨਜ਼ਰ ਹੀ ਨਹੀਂ ਆ ਰਿਹਾ ਉਹਨਾਂ ਪੈਸਿਆਂ ਦੇ ਵਿੱਚੋਂ।
ਉਹ ਸਾਰੀਆਂ ਚੀਜ਼ਾਂ ਦੱਸਦੀਆਂ ਨੇ ਕਿ ਕੇਂਦਰ ਸਰਕਾਰ ਦੇ ਜਿਹੜੀ ਨੀਅਤ ਹੈ ਕੋਈ ਬਹੁਤੀ ਠੀਕ ਨਹੀਂ ਹੈ। ਫੈਡਰਲ ਢਾਂਚੇ ਦੇ ਵਿੱਚ ਸੂਬਿਆਂ ਦੇ ਜਿਹੜੇ ਹੱਕ ਆ ਉਹ ਹੌਲੀ ਹੌਲੀ ਕਰਕੇ ਖਾਦੇ ਜਾ ਰਹੇ ਆ, ਕਿਉਂਕਿ ਕਰਜ਼ਦਾਰ ਹੋਣਗੇ ਸੂਬੇ ਤੇ ਫਿਰ ਕੇਂਦਰ ਅੱਗੇ ਲਿਫ ਕੇ ਰਹਿਣਗੇ, ਝੁਕ ਕੇ ਰਹਿਣਗੇ, ਤੇ ਜੇ ਕਰਜ਼ਦਾਰ ਨਹੀਂ ਹੋਣਗੇ ਤੇ ਫਿਰ ਕੇਂਦਰ ਨੂੰ ਅੱਖਾਂ ਵੀ ਦਿਖਾ ਸਕਦੇ ਆ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਰਲਗੱਡ ਹੋਈਆਂ ਨਜ਼ਰ ਆਉਂਦੀਆਂ ਨੇ। ਸੋ ਇਸ ਕਰਕੇ GST ਨੂੰ ਲੈ ਕੇ ਰੇੜਕਾ ਜਿਹੜਾ ਆ ਉਹ ਪਿਆ ਹੋਇਆ ਆ, ਕਿਉਂਕਿ GST ਜਦੋਂ ਲਾਗੂ ਕੀਤਾ ਗਿਆ ਸੀਗਾ ਉਦੋਂ ਵੀ ਬਹੁਤ ਸਾਰੀਆਂ ਗੱਲਾਂ ਹੋਈਆਂ ਸੀਗੀਆਂ ਕਿ ਕੇਂਦਰ ਸਰਕਾਰ ਜਦੋਂ UPA ਦੀ ਸੀਗੀ ਸਰਕਾਰ ਉਦੋਂ GST ਲਿਆਉਣਾ ਚਾਹੁੰਦੀ ਸੀਗੀ, ਉਦੋਂ GST 14% ਰੱਖਿਆ ਗਿਆ ਸੀਗਾ, ਤੇ ਇਸੇ ਭਾਰਤੀ ਜਨਤਾ ਪਾਰਟੀ ਨੇ ਕਿਹਾ ਸੀਗਾ ਕਿ ਨਹੀਂ GST ਲਾਗੂ ਨਹੀਂ ਹੋਣੀ ਚਾਹੀਦੀ ਮੁਲਕ 'ਚ, ਇਹ ਖਰਾਬ ਕਰ ਦੇਗੀ, ਆਹ ਕਰ ਦੇਗੀ, ਉਹ ਕਰ ਦੇਗੀ, ਅਰਥਚਾਰੇ ਨੂੰ ਢਾਹ ਮਾਰ ਦੇਗੀ। ਤੇ ਜਦੋਂ ਆਪ ਸੱਤਾ 'ਚ ਆਏ ਪੈਂਦੀ ਸੱਟੇ 28% ਦਾ GST ਜਿਹੜਾ ਇਹਨਾਂ ਨੇ ਲਾ ਦਿੱਤਾ। ਹੁਣ ਉੱਥੇ ਰਵਾਨ ਜਿਹੜਾ ਬਦਲ ਗਿਆ। ਇਦਾਂ ਹੀ FDI ਸੀ, ਪਹਿਲਾਂ ਜਦੋਂ ਸੀਗੇ ਵਿਰੋਧੀ ਧਿਰ 'ਚ FDI ਖਰਾਬ ਸੀ, ਜਦੋਂ ਆਪ ਸੱਤਾ 'ਚ ਆਏ ਤੇ FDI ਇਹਨਾਂ ਨੂੰ ਚੰਗੀ ਲੱਗਣ ਲੱਗ ਪਈ ਤੇ FDI ਦੇ ਵਿੱਚ 51% ਫੋਰਨ ਇਨਵੈਸਟਮੈਂਟ ਇਹਨਾਂ ਨੇ ਕਰਤੀਆਂ, ਮਤਲਬ ਮਾਲਕੀਅਤ ਜਿਹੜੀ ਆ ਵਿਦੇਸ਼ੀ ਕੰਪਨੀਆਂ ਦੀ ਹੋ ਗਈ। ਇਦਾਂ ਹੀ ਆਧਾਰ ਕਾਰਡ ਨੂੰ ਲੈ ਕੇ ਸੀਗੇ, ਇਹ ਕਹਿੰਦੇ ਸੀ ਬਹੁਤ ਵੱਡਾ ਸਕੈਂਡਲ ਹੈ, ਤੇ ਹੁਣ ਕੀ ਕਰਿਆ, ਹਰ ਚੀਜ਼ ਕਹਿੰਦੇ ਆਧਾਰ ਕਾਰਡ ਨਾਲ ਜੋੜ ਦਿਓ। ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹੀ ਗੱਲ ਜਿਹੜੀ ਆਪਾਂ ਪਹਿਲੀ ਖਬਰ ਨਾਲ ਕੀਤੀ ਸੀਗੀ ਕਿ ਪੰਜਾਬ ਦੇ ਵਿੱਚ ਜਦੋਂ ਕੋਈ ਪਾਰਟੀ ਵਿਰੋਧੀ ਧਿਰ 'ਚ ਹੁੰਦੀ ਆ ਗੱਲਾਂ ਹੋਰ ਹੁੰਦੀਆਂ, ਸੱਤਾ 'ਚ ਆ ਜਾਂਦੀ ਤੇ ਗੱਲਾਂ ਹੋਰ ਹੁੰਦੀਆਂ। ਉਹੀ ਕੁਝ ਇਸ ਵੇਲੇ ਭਾਰਤੀ ਜਨਤਾ ਵੀ ਕਰਦੀ ਨਜ਼ਰ ਆ ਰਹੀ ਹੈ, ਭਾਰਤੀ ਜਨਤਾ ਪਾਰਟੀ। ਜੀ ਅੱਛਾ ਜਸਵੀਰ ਜੀ, ਥੋੜੀ ਜਿਹੀ ਕਰੋਨਾ ਵਾਇਰਸ ਤੇ ਤੁਸੀਂ ਜ਼ਿਕਰ ਕੀਤਾ ਸੀ। ਕਰੋਨਾ ਵਾਇਰਸ ਤੇ ਪੰਜਾਬ ਦੇ ਪਿੰਡਾਂ ਤੋਂ ਅੱਜਕੱਲ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਲੋਕਾਂ 'ਚ ਵਿਸ਼ਵਾਸ ਨਹੀਂ ਰਿਹਾ ਪ੍ਰਸ਼ਾਸਨ ਉੱਤੇ, ਡਾਕਟਰਾਂ ਉੱਤੇ, ਕਿਉਂਕਿ ਲੋਕ ਕਰੋਨਾ ਦੇ ਟੈਸਟ ਕਰਾਉਣ ਤੋਂ ਇਨਕਾਰੀ ਹੋ ਗਏ ਨੇ। ਸੋ ਕੀ ਹਾਲਾਤ ਕੀ ਬਣੇ ਹੋਏ ਇਸ ਵਕਤ ਪਿੰਡਾਂ ਦੇ ਵਿੱਚ? परिस्थितियां काफी गंभीर ने। ਅਸਲ 'ਚ ਪਹਿਲੇ ਪਹਿਲ ਜਦੋਂ ਬਹੁਤ ਸਾਰੀਆਂ ਖਬਰਾਂ ਆਈਆਂ ਸੀਗੀਆਂ, ਖਾਸ ਤੌਰ ਤੇ ਭਾਈ ਨਿਰਮਲ ਸਿੰਘ ਖਾਲਸਾ ਉਹਨਾਂ ਦਾ ਜਦੋਂ ਉਹ ਅਕਾਲ ਚਲਾਣਾ ਕਰ ਗਿਆ ਸੀ, ਜਦੋਂ ਉਹਨਾਂ ਦੇ ਸੰਸਕਾਰ ਕਰਨ ਦੇ ਲਈ ਵਿਵਾਦ ਸੀਗਾ, ਉਦੋਂ ਚਿੰਤਾ ਬਹੁਤ ਵਿਅਕਤ ਕੀਤੀ ਗਈ ਸੀਗੀ ਕਿ ਇਹ ਰੁਝਾਨ ਨਹੀਂ ਹੋਣਾ ਚਾਹੀਦਾ ਸੀ। ਉਦੋਂ ਇਸ ਗੱਲ ਦੀ ਚਿੰਤਾ ਸੀਗੀ ਕਿ ਲੋਕ ਇਸ ਗੱਲੋਂ ਖੌਫ ਖਾ ਰਹੇ ਆ ਕਿ ਪਤਾ ਨਹੀਂ ਜਿਹੜਾ ਉਹ ਸੰਸਕਾਰ ਹੋਏਗਾ ਅੱਗ ਦੀਆਂ ਲਪਟਾਂ ਦੇ ਰਾਹੀਂ, ਧੂਏ ਦੇ ਰਾਹੀਂ, ਹਵਾ ਦੇ ਵਿੱਚ ਇਹ ਵਾਇਰਸ ਜਾਏਗਾ ਤੇ ਇਹ ਆਂਢ ਗੁਆਂਢ ਵਸਦੇ ਲੋਕਾਂ ਤੱਕ ਵੀ ਪਹੁੰਚ ਕਰੇਗਾ ਤੇ ਉਹਦੇ ਨਾਲ ਉਹ ਪ੍ਰਭਾਵਿਤ ਹੋਣਗੇ। ਇਹ ਵਹਿਮ ਸੀ ਲੋਕਾਂ ਦੇ ਵਿੱਚ, ਵਹਿਮ ਦੂਰ ਹੋਇਆ, ਉਹ परिस्थितियां ਬਦਲਣੀਆਂ ਸ਼ੁਰੂ ਹੋ ਗਈਆਂ। ਫਿਰ ਲੋਕ ਥੋੜਾ ਜਿਹਾ ਟੈਸਟ ਵੱਲ ਨੂੰ ਹੋਏ, ਪਰ ਹੁਣ ਕੀ ਹੋਇਆ, ਹੁਣ ਉਹ ਵਹਿਮ ਸੰਸਕਾਰ ਨੂੰ ਲੈ ਕੇ ਘਟਿਆ। ਕਈ ਥਾਵਾਂ ਤੇ ਨਜ਼ਰ ਆਉਂਦਾ, ਪਟਿਆਲੇ ਦੇ ਵਿੱਚ ਤਾਜ਼ਾ ਮਾਮਲਾ ਇੱਕ ਨਜ਼ਰ ਆਇਆ, ਸਿਹਤ ਅਮਲੇ ਤੇ ਹਮਲਾ ਕੀਤਾ ਗਿਆ ਲੋਕਾਂ ਦੇ ਵੱਲੋਂ, ਉੱਥੇ ਵੀ ਸੰਸਕਾਰ ਕਰਨ ਦੀ ਕੋਸ਼ਿਸ਼ ਕੀਤੀ ਸੀਗੀ, ਇੱਕ ਕਰੋਨਾ ਪੇਸ਼ੈਂਟ ਦੀ ਡੈਥ ਹੋ ਗਈ ਸੀਗੀ। ਟਾਵੀਂ ਖਬਰ ਆਉਂਦੀ ਆ। ਹੁਣ ਉਦਾਂ ਦਾ ਨਹੀਂ ਆ। ਹੁਣ ਖੌਫ ਕਿਹੜੀ ਗੱਲ ਤੋਂ ਆ ਲੋਕਾਂ ਨੂੰ? ਹੁਣ ਖੌਫ ਆ ਕਿ ਜੇ ਭਾਈ ਟੈਸਟ ਕਰਾਇਆ, ਉਸ ਟੈਸਟ ਦੇ ਵਿੱਚ ਪੋਜ਼ਿਟਿਵ ਆ ਜਾਣਾ ਆ, ਅਸੀਂ ਹਸਪਤਾਲ ਦੇ ਵਿੱਚ ਸਾਨੂੰ ਦਾਖਲ ਕਰ ਲੈਣਾ ਆ, ਹਸਪਤਾਲ ਦੇ ਵਿੱਚ ਇਲਾਜ ਨਹੀਂ ਹੋਣਾ ਸਾਡਾ, ਸਾਨੂੰ ਮਾਰਨ ਵੱਲ ਨੂੰ ਲੈ ਕੇ ਜਾਣਾ। ਇਹ ਲੋਕਾਂ ਦੇ ਵਿੱਚ ਭ੍ਰਾਂਤੀ ਬਣ ਗਈ ਹੈ। ਬਣੀ ਕਿਉਂ ਆ? ਕਿਉਂਕਿ ਬਹੁਤੀਆਂ ਮੌਤਾਂ ਜਿਹੜੀਆਂ ਹੋਈਆਂ ਨੇ ਉਹ ਹਸਪਤਾਲਾਂ ਦੇ ਵਿੱਚ ਇਲਾਜ ਦੌਰਾਨ ਹੋਈਆਂ ਨੇ। ਬਹੁਤੀਆਂ ਮੌਤਾਂ ਦੇ ਮਾਮਲੇ ਦੇ ਵਿੱਚ ਪਰਿਵਾਰਾਂ ਨੇ ਇਹ ਵੀ ਸ਼ੱਕ ਪ੍ਰਗਟ ਕਰ ਦਿੱਤੇ ਆ ਕਿ ਪਤਾ ਨਹੀਂ ਭਾਈ ਸਾਨੂੰ ਲਾਸ਼ ਤਾਂ ਦਿਖਾਉਂਦੇ ਨਹੀਂ, ਸ਼ਾਇਦ ਉਹ ਮ੍ਰਿਤਕ ਦੇਹ ਦੇ ਕੋਈ ਅੰਗ ਪੈਰ ਕੱਢ ਕੇ ਜਿਹੜੇ ਆ ਉਹ ਵੇਚਦੇ ਹੋ ਸਕਦੇ, ਉਹ ਵੀ ਧੰਦਾ। ਇਦਾਂ ਦੀਆਂ ਖਬਰਾਂ ਬਹੁਤ ਸਾਰੀਆਂ ਹੋਈਆਂ, ਇਸ ਗੱਲ ਦਾ ਖੌਫ ਪੈਦਾ ਹੋ ਗਿਆ। ਹੁਣ ਕਿਉਂਕਿ ਟੈਸਟ ਵੀ ਇਦਾਂ ਹੀ ਹੁੰਦੇ ਆ, ਇੱਕ ਪਾਸੇ ਪੋਜ਼ਿਟਿਵ ਆ ਜਾਂਦਾ, ਦੂਜੇ ਪਾਸੇ ਨੈਗੇਟਿਵ ਆ ਜਾਂਦਾ ਆ। ਉਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਆ ਹੁਣ ਲੋਕਾਂ ਦੇ ਵਿੱਚ ਉਹ ਖੌਫ ਜਿਹੜਾ ਸੀਗਾ ਉਹਨੇ ਇਸ ਤਰੀਕੇ ਨਾਲ ਘਰ ਕਰ ਲਿਆ ਕਿ ਕੱਲੇ ਪਿੰਡ ਦੀ ਪੰਚਾਇਤ ਨੇ ਮਤੇ ਪਕਾਉਣੇ ਸ਼ੁਰੂ ਕਰ ਦਿੱਤੇ। ਹੁਣ ਜੇ ਸਿੱਧੇ ਤੌਰ ਤੇ ਗੱਲ ਕਰੀਏ, ਸੰਗਰੂਰ ਦਾ ਰਾਜਪੁਰਾ ਆ, ਉਸ ਪਿੰਡ ਦੀ ਪੰਚਾਇਤ ਨੇ ਮਤਾ ਪਕਾਤਾ ਕਿ ਭਾਈ ਸਾਡੇ ਪਿੰਡ ਦੇ ਵਿੱਚ ਵੀ ਜਿਹੜਾ ਆ ਉਹ ਸਿਹਤ ਕਰਮਚਾਰੀ ਨਾ ਆਵੇ ਟੈਸਟ ਕਰਨ ਲਈ। ਜੇ ਪਿੰਡ ਦਾ ਕੋਈ ਬੰਦਾ ਕਰੋਨਾ ਪੋਜ਼ਿਟਿਵ ਹੋਇਆ ਤੇ ਕੋਈ ਗੱਲ ਨਹੀਂ, ਅਸੀਂ ਆਪੇ ਹੀ ਕਰਾ ਲਾਂਗੇ ਉਹਦਾ ਇਲਾਜ, ਇਕਾਂਤਵਾਸ ਕਰਨਾ ਹੋਇਆ ਪਿੰਡ 'ਚ ਰੱਖ ਲਾਂਗੇ, ਆਪੇ ਜੋ ਕਰਨਾ ਹੋਇਆ ਕਰ ਲਾਂਗੇ, ਸਿਹਤ ਅਮਲੇ ਨੂੰ ਪਿੰਡ 'ਚ ਆਉਣ ਦੀ ਲੋੜ ਨਹੀਂ, ਸਾਡੇ ਟੈਸਟ ਕਰਨ ਦੀ ਲੋੜ ਨਹੀਂ, ਤੇ ਜੇ ਕੋਈ ਆਇਆ ਆਪਣਾ ਜ਼ਿੰਮੇਵਾਰ ਆਪ ਹੋਏਗਾ। ਪਿੰਡ ਖਾਂਗ ਦੇ ਵਿੱਚ ਵੀ ਇਸੇ ਤਰੀਕੇ ਨਾਲ ਹੋਇਆ। ਭਵਾਨੀਗੜ੍ਹ ਦਾ ਪਿੰਡ ਕਾਕੜਾ ਆ, ਉੱਥੇ ਵੀ ਮਤਾ ਉਹਨਾਂ ਨੇ ਪਗਾਤਾ। ਦੇਵੀਗੜ੍ਹ ਦਾ ਬਲਬੇੜਾ ਪਿੰਡ ਆ, ਉੱਥੇ ਵੀ ਉਹਨਾਂ ਨੇ ਮਤਾ ਪਗਾਤਾ ਆ। ਕੁੱਲ ਮਿਲਾ ਕੇ ਕੋਰੀ ਨਾ ਕਰ ਦਿੱਤੀ ਆ ਪਿੰਡਾਂ ਦੀਆਂ ਪੰਚਾਇਤਾਂ ਨੇ ਕਿ ਅਸੀਂ ਨਹੀਂ ਸਿਹਤ ਅਮਲੇ ਤੋਂ ਟੈਸਟ ਕਰਵਾਉਣੇ। ਤੇ ਇਹਦਾ ਕਾਰਨ ਵੱਡਾ ਕੀ ਹੈ? ਕਾਰਨ ਹੈ ਸਰਕਾਰਾਂ, ਸਿਹਤ ਅਮਲਾ ਲੋਕਾਂ ਦੇ ਵਿੱਚ ਉਹ ਵਿਸ਼ਵਾਸ ਨਹੀਂ ਬਣਾ ਪਾਇਆ ਕਿ ਸਰਕਾਰ ਤੇ ਸਿਹਤ ਅਮਲਾ ਲੋਕਾਂ ਦੀ ਸਹੀ ਤਰੀਕੇ ਨਾਲ ਸੰਭਾਲ ਕਰ ਸਕਦਾ, ਉਹਨਾਂ ਦਾ ਇਲਾਜ ਕਰ ਸਕਦਾ। ਕਿਉਂਕਿ ਬਹੁਤ ਕੁਝ ਇਦਾਂ ਦਾ ਹੋਇਆ ਵਾਪਰਿਆ ਜਿਹਨੇ ਲੋਕਾਂ ਦੇ ਵਿੱਚ ਇਹ ਖੌਫ ਪੈਦਾ ਕਰ ਦਿੱਤਾ ਕਿ ਹੋ ਸਕਦਾ ਕਰੋਨਾ ਵਾਇਰਸ ਹੋਣ ਤੋਂ ਬਾਅਦ ਜੇ ਅਸੀਂ ਘਰੇ ਰਹੇ ਤੇ ਜਾਨ ਬਚ ਜਵੇ, ਪਰ ਜੇ ਅਸੀਂ ਹਸਪਤਾਲ ਚਲ ਗਏ ਫਿਰ ਸਾਡੀ ਜਾਨ ਨਹੀਂ ਬਚਣੀ। ਇਹ परिस्थितियां ਜਿਹੜੀਆਂ ਕੁੱਲ ਮਿਲਾ ਕੇ ਕਹਿ ਸਕਦੇ ਕਿ ਬਣੀਆਂ ਹੋਈਆਂ, ਉਸੇ ਕਾਰਨ ਪਿੰਡਾਂ ਦੇ ਲੋਕ ਜਿਹੜੇ ਆ
ਉਹ ਹੁਣ ਮਤੇ ਪੁਗਾ ਰਿਹਾ ਤੇ ਮੈਨੂੰ ਲੱਗਦਾ ਕਿ ਇਹ ਜੋ ਕੁਝ ਹੋ ਵਾਪਰ ਰਿਹਾ ਆ ਇਹ ਬੜਾ ਚਿੰਤਾਜਨਕ ਆ। ਸਰਕਾਰ ਨੂੰ ਇਹਦੇ ਪਾਸੇ ਧਿਆਨ ਦੇਣਾ ਪਏਗਾ, ਲੋਕਾਂ ਦੇ ਵਿੱਚ ਜੀ ਵਿਸ਼ਵਾਸ ਬਹਾਲੀ ਕਰਨੀ ਪੈਗੀ ਕਿ ਭਾਈ ਜੇ ਤੁਸੀਂ ਆਪਣਾ ਇਲਾਜ ਕਰਵਾਉਂਦੇ ਆ ਤੇ ਇਲਾਜ ਦਰੁਸਤ ਤਰੀਕੇ ਨਾਲ ਹੋਏਗਾ, ਉਹ ਸਾਰੀਆਂ ਚੀਜ਼ਾਂ ਨਹੀਂ ਹੋਣਗੀਆਂ ਜਿੱਦਾਂ ਦੇ ਤੁਹਾਨੂੰ ਖੌਫ ਦਿੱਤੇ ਗਏ ਆ। ਜੀ ਪਰ ਹੋ ਬਿਲਕੁਲ ਕੀ ਰਿਹਾ ਆ, ਹੋਰ ਇਹਦੇ ਤੋਂ ਉਲਟ ਰਿਹਾ ਆ। ਹੁਣ ਸਿਹਤ ਮੰਤਰੀ ਬਲਬੀਰ ਸਿੱਧੂ ਹੋਰਾਂ ਨੇ ਜਿਹੜਾ ਆ ਉਹ ਇੱਕ ਵਿਅਕਤੀ ਦੇ ਉੱਤੇ ਕਾਰਵਾਈ ਕੀਤੀ, ਕਹਿੰਦੇ ਅਫਵਾਹ ਫੈਲਾਈ ਜਾਂਦੇ ਸੋਸ਼ਲ ਮੀਡੀਆ ਤੇ ਕਿ ਹਸਪਤਾਲਾਂ ਦੇ ਵਿੱਚ ਜਿਹੜਾ ਉਹ ਠੀਕ ਇਲਾਜ ਨਹੀਂ ਹੁੰਦਾ, ਉਹਦੀ ਸ਼ਿਕਾਇਤ ਕੀਤੀ ਔਰ ਬਾਕੀਆਂ ਨੂੰ ਵੀ ਕਿਹਾ ਗਿਆ ਕਿ ਜੇ ਕਿਸੇ ਨੇ ਇਦਾਂ ਦੀ ਅਫਵਾਹ ਫੈਲਾਈ ਉਹਦੇ ਉੱਤੇ ਕਾਰਵਾਈ ਕੀਤੀ ਜਾਏਗੀ। ਕੋਈ ਸ਼ੱਕ ਨਹੀਂ ਕਿ ਇਹ ਚੀਜ਼ ਵੀ ਹੋਣੀ ਚਾਹੀਦੀ ਹੈ, ਅਫਵਾਹਾਂ ਦੇ ਉੱਤੇ ਲੱਗਣਾ ਚਾਹੀਦਾ। ਪਰ ਸਰਕਾਰ ਦੀ ਨਲਾਇਕੀ ਸਾਬਤ ਹੋ ਰਹੀ ਹੈ ਇਸ ਗੱਲ ਤੋਂ ਕਿ ਉਹ ਲੋਕਾਂ ਦੇ ਵਿੱਚ ਇੰਨਾ ਕੁ ਭਰੋਸਾ ਬਣਾ ਹੀ ਨਹੀਂ ਸਕੇ ਕਿ ਤੁਸੀਂ ਚੰਗੀਆਂ ਸਿਹਤ ਸੁਵਿਧਾਵਾਂ ਦੇ ਰਹੇ ਹੋ। ਉਹ ਲੋਕਾਂ ਦੇ ਜੀ ਵਿੱਚ ਉਹਨਾਂ ਭਰੋਸਾ ਬਣਾ ਹੀ ਨਹੀਂ ਸਕੇ ਕਿ ਜੇ ਕੋਈ ਵਿਅਕਤੀ ਹਸਪਤਾਲ ਦੇ ਵਿੱਚ ਇਲਾਜ ਕਰਵਾਉਣ ਚਲਾ ਗਿਆ ਤੇ ਉਹ ਇਲਾਜ ਕਰਵਾ ਕੇ ਠੀਕ ਹੋ ਕੇ ਵਾਪਸ ਘਰ ਨੂੰ ਪਰਤ ਆਵੇਗਾ। ਇਹ ਖਾਮੀਆਂ ਜਿਹੜੀਆਂ ਇਹ ਲੋਕਾਂ ਦੇ ਵਿੱਚ ਘੱਟ ਨੇ, ਇਹ ਖਾਮੀਆਂ ਜੀ ਸਾਡੇ ਸਰਕਾਰੀ ਤੰਤਰ ਦੇ ਵਿੱਚ ਵੱਧ ਨੇ। ਸਿਹਤ ਜੀ ਵਿਭਾਗ ਨੂੰ ਜਿਹੜੀ ਉਹ ਵਿਸ਼ਵਾਸ ਬਹਾਲੀ ਕਰਨੀ ਚਾਹੀਦੀ ਸੀ, ਉਹ ਅਜੇ ਤੱਕ ਵਿਸ਼ਵਾਸ ਬਹਾਲੀ ਜਿਹੜੀ ਆ ਉਹ ਨਹੀਂ ਕੀਤੀ ਜਾ ਸਕੀ, ਜਿਹਦਾ ਕਰਕੇ ਇਹ ਸਾਰਾ ਕੁਝ ਹੋ ਵਾਪਰਿਆ। ਸਾਡੇ ਤਾਂ ਜੀ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਆਹ ਕੁਝ ਹੋਣਾ ਸ਼ੁਰੂ ਹੋ ਗਿਆ ਤੇ ਮੈਨੂੰ ਲੱਗਦਾ ਕਿ ਜੀ ਕੈਨੇਡਾ ਦੀ ਸਰਕਾਰ ਨੇ ਤਾਂ ਮਨਦੀਪ ਜੀ ਥੋੜੀ ਬਹੁਤੀ ਵਿਸ਼ਵਾਸ ਬਹਾਲੀ ਲੋਕਾਂ 'ਚ ਜ਼ਰੂਰ ਕੀਤੀ ਹੋਏਗੀ। ਉਹ ਇਦਾਂ ਦੇ ਮਤੇ ਪਗਾਉਂਦੇ ਨਜ਼ਰ ਨਹੀਂ ਆਉਂਦੇ ਹੋਣਗੇ, ਸਹਿਯੋਗ ਕਰਦੇ ਜ਼ਰੂਰ ਨਜ਼ਰ ਆਉਂਦੇ ਹੋਣਗੇ, ਕਿਉਂਕਿ ਮੈਨੂੰ ਪਤਾ ਲੱਗਾ ਕਿ ਉੱਥੇ ਵੀ ਕੇਸ ਜਿਹੜੇ ਹੁਣ ਵਧਣੇ ਸ਼ੁਰੂ ਹੋ ਗਏ ਆ। ਜੀ ਜੀ ਬਿਲਕੁਲ ਹਾਲਾਂਕਿ ਇੱਥੇ ਸਰਕਾਰ ਉੱਤੇ ਤਾਂ ਕੋਈ ਇਦਾਂ ਦਾ ਕੋਈ ਸਵਾਲ ਨਹੀਂ ਉੱਠ ਰਿਹਾ, ਪਰ ਇਹ ਹੈ ਕਿ ਲੋਕਾਂ ਨੂੰ ਸਰਕਾਰ ਜ਼ਰੂਰ ਮਿਹਨਤਾਂ ਕਰ ਰਹੀ ਹੈ ਕਿ ਭਾਈ ਥੋੜੇ ਦਿਨ ਠਹਿਰ ਜਾਓ, ਥੋੜਾ ਜਿਹਾ ਹੱਲੇ ਹੋਰ ਸਬਰ ਰੱਖ ਲਓ, ਥੋੜੀਆਂ ਜਿਹੀਆਂ ਆਪਣੀਆਂ ਪਾਰਟੀਆਂ ਜਿਹੜੀਆਂ ਵਾ ਉਹਨਾਂ ਨੂੰ ਜਾਂ ਥੋੜਾ ਜਿਹਾ ਘੁੰਮਣ ਫਿਰਨ ਤੇ ਹਲੇ ਥੋੜਾ ਜਿਹਾ ਐਕਟਿਵ ਕੋਈ ਤਾਂ ਇੱਕ ਗਰਮੀਆਂ ਨਾ ਵੀ ਘੁੰਮੇ ਤਾਂ ਵੀ ਕੁਝ ਨਹੀਂ ਹੋਣਾ। ਪਰ ਇਹਦੇ ਸਾਰਿਆਂ ਦੇ ਬਾਵਜੂਦ ਜਿਹੜਾ ਹੌਲੀ ਹੌਲੀ ਕਰੋਨਾ ਵਾਇਰਸ ਦੇ ਮਾਮਲੇ ਵਧਣੇ ਸ਼ੁਰੂ ਹੋ ਗਏ ਆ। ਪਿਛਲੇ ਪ੍ਰੋਗਰਾਮਾਂ ਵਿੱਚ ਵੀ ਮੈਂ ਗੱਲ ਕੀਤੀ ਸੀ ਕਿ ਕਿਸੇ ਵੇਲੇ BC ਸਰਕਾਰ ਨੇ ਕਿਹਾ ਸੀ ਕਿ ਜਦੋਂ ਕਰੋਨਾ ਵਾਇਰਸ ਦੀ ਮਹਾਮਾਰੀ ਸ਼ੁਰੂ ਹੋਈ ਸੀ ਉਸ ਤੋਂ ਬਾਅਦ ਮਾਮਲੇ ਕੁਝ ਆਏ, ਫਿਰ ਮਾਮਲੇ ਘਟਣੇ ਸ਼ੁਰੂ ਹੋ ਗਏ। ਮਾਮਲੇ ਇੱਥੋਂ ਤੱਕ ਘਟ ਗਿਆ ਸੀ ਇੱਕ ਦਿਨ ਸਿਰਫ 4 ਮਾਮਲੇ ਜਿਹੜੇ ਸੀ ਉਹ ਸਾਹਮਣੇ ਆਏ ਸੀ ਇਕੱਲੇ BC ਚੋਂ। ਤੇ ਉਸ ਤੋਂ ਬਾਅਦ ਇਹ ਕਿਹਾ ਗਿਆ ਸੀ ਕਿ ਜੇ ਏਦਾਂ ਹੀ ਚੱਲਦਾ ਰਿਹਾ ਕਿ ਜੁਲਾਈ ਤੱਕ ਸਾਡੇ ਜਿਹੜੇ ਮਾਮਲੇ ਉਹ 0 ਹੋ ਜਾਣਗੇ, ਪਰ ਉਹ ਥੋੜਾ ਕੰਮ ਉਲਟਾ ਹੋ ਗਿਆ ਉਸ ਨਾਲੋਂ। BC ਵਿੱਚ ਅੱਜ 294 ਕਰੋਨਾ ਵਾਇਰਸ ਦੇ ਮਾਮਲੇ ਦਰਜ ਕੀਤੇ ਗਏ, ਜੋ ਕਿ ਵੀਕਐਂਡ ਸੀਗਾ, ਐਤਵਾਰ ਸੀ, ਸ਼ਨੀਵਾਰ ਸੀ, ਤੇ ਅੱਜ 3 ਦਿਨਾਂ ਦੇ ਜਿਹੜੇ ਅੰਕੜੇ ਉਹ ਪੇਸ਼ ਕੀਤੇ ਗਏ ਤੇ 1100 ਤੋਂ ਉੱਪਰ ਜਿਹੜੇ ਐਕਟਿਵ ਕੇਸ ਹੋ ਗਏ। ਤੇ ਜਦੋਂ ਦੀ ਕਰੋਨਾ ਵਾਇਰਸ ਦੀ ਮਹਾਮਾਰੀ ਸ਼ੁਰੂ ਹੋਈ ਹੈ ਪਹਿਲੀ ਵਾਰ ਜਿਹੜਾ ਇੰਨੀ ਉੱਪਰ ਇਹ ਅੰਕੜਾ ਗਿਆ, ਐਕਟਿਵ ਕੇਸ ਇੰਨੇ ਹੀ ਹੋਏ ਸੀ। ਕੈਨੇਡਾ ਦੇ ਹੋਰ ਸੂਬਿਆਂ ਵਿੱਚ ਵੀ ਮਾਮਲੇ ਸਾਹਮਣੇ ਆਏ ਨੇ। 426 ਮਾਮਲੇ ਅਲਬਰਟਾ ਵਿੱਚ ਕੀਤੇ ਗਏ ਨੇ ਦਰਜ, 114 ਅੰਟਾਰੀਓ ਵਿੱਚ, ਤੇ ਕਿਊਬਕ ਵਿੱਚ ਜਿੱਥੇ ਸਭ ਤੋਂ ਵੱਧ ਮਾਮਲੇ ਆਏ ਸੀ ਉੱਥੇ ਵੀ 140 ਮਾਮਲੇ ਦਰਜ ਕੀਤੇ ਗਏ ਨੇ। ਸੋ ਇਹਨਾਂ 4 ਸੂਬਿਆਂ ਵਿੱਚ ਕਰੋਨਾ ਵਾਇਰਸ ਨੇ ਬਹੁਤਾ ਜ਼ਿਆਦਾ ਆਪਣਾ ਅਸਰ ਦਿਖਾਇਆ ਵਾ ਤੇ ਇਹਨਾਂ 4 ਸੂਬਿਆਂ ਵਿੱਚ ਹੌਲੀ ਹੌਲੀ ਜਿਹੜਾ ਵਾ ਇਹਨਾਂ ਚੋਂ BC ਤੇ ਅਲਬਰਟਾ ਵਿੱਚ ਥੋੜੇ ਮਾਮਲੇ ਵੱਧਦੇ ਦਿਖਾਈ ਦੇ ਰਹੇ ਨੇ। ਖੈਰ ਦੂਜੇ ਪਾਸੇ ਟਰੂਡੋ ਸਾਹਿਬ ਨੇ ਵੀ ਅੱਜ ਇੱਕ ਐਲਾਨ ਕੀਤਾ ਕਿ ਉਹਨਾਂ ਨੇ ਅਮਰੀਕਾ ਦੀਆਂ 2 ਕੰਪਨੀਆਂ ਨਾਲ ਜਿਹੜਾ ਵਾ ਉਹ ਇੱਕ ਸਮਝੌਤਾ ਕੀਤਾ ਆ ਕਿ ਜਦੋਂ ਵੀ ਕਰੋਨਾ ਵਾਇਰਸ ਦੀ ਦਵਾਈ ਉਹ ਬਣਾਉਣਗੇ ਤਾਂ ਕੈਨੇਡਾ ਨੂੰ ਦਵਾਈ ਜ਼ਰੂਰ ਮਿਲੇਗੀ। 88 ਮਿਲੀਅਨ ਖੁਰਾਕਾਂ ਦਾ ਸਮਝੌਤਾ ਕੀਤਾ ਗਿਆ ਦੋਨਾਂ ਕੰਪਨੀਆਂ ਤੋਂ ਕਿ 88 ਮਿਲੀਅਨ ਕਰੋਨਾ ਵਾਇਰਸ ਦੀਆਂ ਖੁਰਾਕਾਂ ਜਿਹੜੇ ਟੀਕੇ ਆ ਉਹ ਕੈਨੇਡਾ ਨੂੰ ਮਿਲਣਗੇ। ਸੋ ਕਹਿੰਦੇ ਅਸੀਂ ਦੇਖਾਂਗੇ ਵੀ ਇੱਕ ਟੀਕੇ ਨਾਲ ਸਰਦਾ ਲੋਕਾਂ ਦਾ, ਜੇ 2-2 ਟੀਕੇ ਲੱਗਦੇ ਆ ਫਿਰ ਉਹ ਬਾਅਦ ਦੀਆਂ ਗੱਲਾਂ ਵਾ, ਦਵਾਈ ਆਈ ਤੇ ਚੈੱਕ ਕਰਾਂਗੇ। ਪਰ ਇਹ ਸਮਝੌਤਾ ਅੱਜ ਕੀਤਾ ਜਿਸ ਤੋਂ ਥੋੜੀ ਆਸ ਹੈ ਕਿ ਛੇਤੀ ਜਿਹੜੇ ਹਾਲਾਤ ਹੈ ਉਹ ਠੀਕ ਵੀ ਹੋਣਗੇ ਜਦੋਂ ਵੈਕਸੀਨ ਆ ਜਾਵੇਗੀ। ਖੈਰ ਜਸਵੀਰ ਜੀ ਤਾਂ ਕੈਨੇਡਾ ਦੀ ਗੱਲ ਜਾਂਦੇ ਜਾਂਦੇ ਸਾਡੇ ਕੋਲ ਥੋੜਾ ਸਮਾਂ ਤੇ ਮੈਂ ਚਾਹੁੰਦਾ ਇੱਕ ਗੱਲ ਹੋਰ ਕੀਤੀ ਜਾਵੇ ਕਿ ਕਬੱਡੀ ਦੇ ਖਿਡਾਰੀਆਂ ਦੇ ਅੱਜ ਕੱਲ ਜਿਹੜੇ ਇਹ ਕਤਲ ਹੋ ਰਹੇ ਨੇ, ਤੇ ਜਿਹੜਾ ਹੁਣ ਵੀ ਸੁਣਿਆ ਕਿ ਜਿਹੜਾ ਕਬੱਡੀ ਖਿਡਾਰੀ ਦਾ ਕਤਲ ਹੋਇਆ ਸੀ ਉਹ 'ਚ ਵੀ ਪੁਲਿਸ ਵਾਲੇ ਗ੍ਰਿਫਤਾਰ ਕੀਤੇ ਗਏ ਨੇ। ਪਿੱਛੇ ਜੇ ਇੱਕ ਕਤਲ ਹੋਇਆ ਸੀ, ਇਹ ਕੀ ਚੱਲ ਰਿਹਾ ਇਸ ਵਕਤ ਇਹ ਸਾਰਾ ਕੁਝ? ਘਟਨਾ ਬਟਾਲੇ ਦੀ ਆ, ਭਗਵਾਨਪੁਰਾ ਪਿੰਡ ਦਾ ਕਬੱਡੀ ਖਿਡਾਰੀ, ਇੰਟਰਨੈਸ਼ਨਲ ਕਬੱਡੀ ਖਿਡਾਰੀ ਜਿਹੜਾ ਆ ਉਹਦੇ ਕੱਲ ਕਤਲ ਦਾ ਮਾਮਲਾ ਜਿਹੜਾ ਨਿਕਲ ਕੇ ਸਾਹਮਣੇ ਆਇਆ। ਹੁਣ ਨੁਕਤਾ ਕੀ ਹੈ ਇੱਥੇ, ਕਿਵੇਂ ਸਾਰਾ ਕੁਝ ਕਤਲ ਹੁੰਦਾ? ਛੋਟੀ ਜਿੰਨੀ ਗੱਲ ਔਰ ਛੋਟੀ ਜਿੰਨੀ ਗੱਲ ਤੇ ਜਿਹੜਾ ਉਹ ਗੋਲੀ ਚਲਾ ਦਿੱਤੀ ਜਾਂਦੀ ਹੈ ਤੇ ਕਤਲ ਕਰ ਦਿੱਤਾ ਜਾਂਦਾ। ਮੈਂ 2 ਘਟਨਾਵਾਂ ਜਿਹੜੀਆਂ ਪਿਛਲੇ ਦਿਨੀ, ਜਿਹੜੀ ਨਡਾਲੇ ਦਾ ਇੱਕ ਕਬੱਡੀ ਖਿਡਾਰੀ ਜਿਹਨੂੰ ASI ਨੇ ਕਤਲ ਕੀਤਾ ਸੀਗਾ ਉਹਦੀ, ਤੇ ਕੱਲ ਜੋ ਕੁਝ ਵਾਪਰਿਆ ਨਾ, ਦੋਨਾਂ ਦੇ ਵਿੱਚ ਜੇ ਸਿਮਿਲੈਰਿਟੀਜ਼ ਦੇਖਾਂ, ਜੇ ਦੋਨਾਂ 'ਚ ਇਕਸੁਰਤਾ ਦੇਖਾਂ ਤੇ ਇਹ ਹੈ ਕਿ ਕਤਲ ਕਰਨ ਵਾਲਿਆਂ ਦੇ ਵਿੱਚ ਪੁਲਿਸ ਵਾਲਾ ਸ਼ਾਮਲ ਹੈ, ਪੁਲਿਸ ਵਾਲੇ ਸ਼ਾਮਲ ਹੈ, ਕਿਉਂਕਿ ਉੱਥੇ ਵੀ ਇੱਕ ASI ਨੇ ਗੋਲੀ ਚਲਾਈ ਤੇ ਉਹ ਕਬੱਡੀ ਖਿਡਾਰੀ ਦਾ ਕਤਲ ਕੀਤਾ, ਇੰਟਰਨੈਸ਼ਨਲ ਕਬੱਡੀ ਖਿਡਾਰੀ ਉਹ ਸੀਗਾ। ਇੱਥੇ ਵੀ ਪੁਲਿਸ ਵਾਲਿਆਂ ਨੇ ਹੀ ਗੋਲੀ ਚਲਾਈ ਤੇ ਕਬੱਡੀ ਖਿਡਾਰੀ ਦਾ ਕਤਲ ਹੋ ਗਿਆ। ਦਰਅਸਲ ਜਿਹੜਾ ਕਬੱਡੀ ਖਿਡਾਰੀ ਆ ਗੁਰਮੇਜ ਸਿੰਘ ਆਪਣੇ ਪਰਿਵਾਰ ਦੇ ਨਾਲ ਕਿਸੇ ਫੰਕਸ਼ਨ ਤੋਂ ਆ ਰਿਹਾ ਸੀਗਾ, ਉਹ
ਤੇ ਦੂਜੇ ਪਾਸੇ ਜਿਹੜਾ ਆ ਇਹ 5-7 ਜਣੇ ਜਿਹੜੇ ਆ ਰਹੇ ਸੀਗੇ, 5 ਪੁਲਿਸ ਮੁਲਾਜ਼ਮ ਸੀਗੇ, ਕੁਝ ਹੋਰ ਲੋਕ ਜੀ ਸੀਗੇ ਵਿੱਚ, ਇਹ ਵੀ ਆ ਰਹੇ ਸੀਗੇ। ਤੇ ਦੱਸਿਆ ਜਾ ਰਿਹਾ ਹੈ ਕਿ ਇਹ ਥੋੜਾ ਜਿਹਾ ਨਸ਼ੇ ਦੀ ਹਾਲਤ ਦੇ ਵਿੱਚ ਸੀ, ਕਿਸੇ ਫੰਕਸ਼ਨ ਦੇ ਵਿੱਚੋਂ ਇਹ ਵੀ ਆ ਰਹੇ ਸੀਗੇ। ਗੱਡੀ ਕ੍ਰਾਸ ਕਰਨ ਦੇ ਮਾਮਲੇ ਦੇ ਵਿੱਚ ਇਹਨਾਂ ਦੇ ਵਿੱਚ ਤੂਤੂ ਮੈਂ ਹੋਈ, ਖਹਿਬਾਜ਼ੀ ਹੋਈ, ਔਰ ਉਸੇ ਖਹਿਬਾਜ਼ੀ ਦੇ ਵਿੱਚ ਤਾੜ-ਤਾੜ ਗੋਲੀਆਂ ਚਲਾਈਆਂ ਗਈਆਂ ਤੇ ਇਹਦਾ ਕਰਕੇ ਗੁਰਮੀਤ ਸਿੰਘ ਦਾ ਜਿਹੜਾ ਉਹ ਕਤਲ ਹੋ ਗਿਆ, ਉਹਦੇ ਗੋਲੀਆਂ ਲੱਗੀਆਂ ਤੇ ਉਹਦੀ ਮੌਤ ਹੋ ਗਈ। ਜੀ ਇਦਾਂ ਹੀ ਜਿਹੜਾ ਨਡਾਲੇ ਦੇ ਵਿੱਚ ਮਾਮਲਾ ਹੋਇਆ ਸੀਗਾ, ਉੱਥੇ ਵੀ ਇਦਾਂ ਹੀ ਹੋਇਆ ਸੀਗੀ, ਕਿਉਂਕਿ ਉਦੋਂ ਲੋਕਡਾਊਨ ਸੀਗਾ। ਉਸ ਦੌਰ ਦੇ ਵਿੱਚ ਜਿਹੜੀਆਂ ਸਥਿਤੀਆਂ ਇਹ ਸੀਗੀਆਂ ਕਿ ਪਿੰਡਾਂ ਥਾਵਾਂ ਵਾਲੇ ਲੋਕ ਨਸ਼ੇ ਨੂੰ ਲੈ ਕੇ ਵੀ ਨਾਕੇ ਲਾਈ ਬੈਠੇ ਸੀਗੇ ਕਿ ਨਸ਼ਾ ਵੇਚਣ ਵਾਲੇ ਆਉਂਦੇ ਸੀਗੇ। ਉਦੋਂ ਵੀ ਇਹ ਜੀ 2 ਜਣੇ ਸੀਗੇ, ਪਰਦੇ ਲਾਏ ਹੋਏ ਸੀ ਗੱਡੀ ਨੂੰ, ਤੇ ਜਦੋਂ ਕਬੱਡੀ ਖੇਡਣ ਵਾਲੇ ਮੁੰਡਿਆਂ ਨੇ ਦੇਖਿਆ ਕਿ ਇਹ ਗੱਡੀ ਕੁਝ ਸ਼ੱਕੀ ਲੱਗਦੀ ਆ, ਉਹਨੂੰ ਦੇਖਣ ਗਏ ਤੇ ਇਹਦੇ ਵਿੱਚੋਂ ਪੁਲਿਸ ਨੇ ਨਿਕਲ ਕੇ, ASI ਨੇ ਨਿਕਲ ਕੇ ਗੋਲੀਆਂ ਚਲਾਤੀਆਂ ਤੇ ਉਹਦੇ ਵਿੱਚ ਕਬੱਡੀ ਖਿਡਾਰੀ ਦੀ ਮੌਤ ਹੋ ਗਈ ਹੈ। ਇੱਥੇ ਦੱਸਿਆ ਜਾ ਰਿਹਾ ਕਿ ਨਸ਼ੇ ਦੀ ਹਾਲਤ 'ਚ ਸੀ। ਇਹ ਜਿਹੜੇ 5 ਪੁਲਿਸ ਮੁਲਾਜ਼ਮ ਜਿਹੜੇ ਆ ਉਹ ਇਸ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਨਾ, ਕਬੱਡੀ ਖਿਡਾਰੀ ਦੇ ਕਤਲ 'ਚ ਬਟਾਲੇ ਵਾਲੇ ਮਾਮਲੇ, ਇਹਦੇ ਵਿੱਚੋਂ ਇੱਕ ਮੁੱਖ ਮੰਤਰੀ ਦੀ ਸਿਕਿਉਰਿਟੀ ਦੇ ਵਿੱਚ ਜਿਹੜੀ ਤੈਨਾਤ ਗੱਡੀ ਆ ਉਹਦਾ ਡਰਾਈਵਰ ਹੈ। ਹੁਣ ਜੀ ਕੁੱਲ ਮਿਲਾ ਕੇ ਦੇਖਿਆ ਜਾ ਸਕਦਾ ਕਿ ਇੱਕ ਤਾਂ ਸਿੱਧੇ ਤੌਰ ਤੇ ਜਿਹੜੀ ਪੁਲਿਸ ਆ, ਇਹਦੀ ਮਾਨਸਿਕਤਾ ਦੇ ਵਿੱਚ ਉਹ ਚੀਜ਼, ਜਿਹੜੇ ਹੱਕ ਅਧਿਕਾਰ ਇਹਨੂੰ ਕਿਤੇ ਉਸ 90 ਦੇ ਦਹਾਕੇ ਦੇ ਵਿੱਚ ਦਿੱਤੇ ਗਏ ਸੀਗੇ, ਉਹਦੇ ਵਿੱਚੋਂ ਅਜੇ ਨਿਕਲੀ ਨਹੀਂ ਹੈ। ਇਹਨੂੰ ਲੱਗਦਾ ਜੀ ਕਿ ਮੈਂ ਜੋ ਕੁਝ ਕਰਤਾ ਠੀਕ ਹੈ, ਜਿੱਥੇ ਗੋਲੀ ਚਲਾਉਣੀ ਚਾਹੀ ਗੋਲੀ ਚਲਾਤੀ, ਜਿੱਥੇ ਲਾਠੀ ਚਲਾਉਣ ਦੀ ਲੋੜ ਪਈ ਉੱਥੇ ਲਾਠੀ ਚਲਾਤੀ, ਜਿਹਨੂੰ ਥੱਪੜ ਮਾਰਨ ਦੀ ਲੋੜ ਹੈ ਉਹਨੂੰ ਥੱਪੜ ਮਾਰ ਦਿੱਤਾ। ਕਿਉਂਕਿ ਇੱਕ ਟਾਈਮ ਤਾਂ ਇਦਾਂ ਦਾ ਵੀ ਆਇਆ ਸੀ ਨਾ, ਸੁਖਬੀਰ ਬਾਦਲ ਜਦੋਂ ਉਪ ਮੁੱਖ ਮੰਤਰੀ ਸੀ, ਉਹ ਕਹਿੰਦੇ ਸੀ ਅਸੀਂ ਟ੍ਰੇਨਿੰਗ ਦੇ ਰਹੇ ਹਾਂ ਜੀ ਪੁਲਿਸ ਵਾਲਿਆਂ ਨੂੰ ਕਿ ਸ਼੍ਰੀਮਾਨ ਜੀ ਕਹਿ ਕੇ ਗੱਲ ਕਰਿਆ ਕਰਨਗੇ। ਆਹ ਜੀ ਸ਼੍ਰੀਮਾਨ ਜੀ ਉਹਨਾਂ ਦੀ ਟ੍ਰੇਨਿੰਗ ਵਾਲੀ ਆਹ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ। ਜੀ ਲੱਗਦਾ ਕਿ ਪੁਲਿਸ ਦੀ ਟ੍ਰੇਨਿੰਗ ਦੇ ਵਿੱਚ ਕੁਝ ਚੀਜ਼ਾਂ ਨੂੰ ਜਿਹੜਾ ਸ਼ਾਮਲ ਕਰਨ ਦੀ ਲੋੜ ਹੈ ਤੇ ਕੁਝ ਚੀਜ਼ਾਂ ਕੱਢਣ ਦੀ ਲੋੜ ਹੈ ਵਿੱਚੋਂ, ਤਾਂ ਕਿ ਆਹ ਕੁਝ ਜੋ ਵਾਪਰ ਰਿਹਾ ਆ, ਜਿਹਦੇ ਨਾਲ ਖਾਕੀ ਦਾਗਦਾਰ ਹੋ ਰਹੀ ਆ, ਹਾਲਾਂਕਿ ਦਾਗ ਪਹਿਲਾਂ ਹੀ ਬਥੇਰੇ ਆ, ਉਹਨਾਂ ਨੂੰ ਧੋਣ ਦੀ ਲੋੜ ਆ, ਪਰ ਉਹਨਾਂ ਨੂੰ ਧੋਣ ਦੀ ਬਜਾਏ ਉਹਦੇ ਨਾਲ ਹੋਰ ਦਾਗ ਜੁੜਦੇ ਨਜ਼ਰ ਆਉਂਦੇ ਆ। ਟ੍ਰੇਨਿੰਗ ਦੇ ਵਿੱਚ ਸ਼ਾਮਲ ਕਰਨ ਦੀ ਲੋੜ ਆ ਕਿ ਭਾਈ ਤੁਸੀਂ ਬੌਸ ਨਹੀਂ ਹੋ, ਤੁਸੀਂ ਹੈਂਕੜ ਨਹੀਂ ਲੱਖਣੀ ਲੋਕਾਂ ਦੇ ਵਿੱਚ ਜਾ ਕੇ ਕਿ ਜਿਹਦੇ ਮਰਜ਼ੀ ਗੋਲੀ ਮਾਰਤੀ, ਜਿਹਦੇ ਮਰਜ਼ੀ ਡਾਂਗ ਮਾਰਤੀ ਤੇ ਜਿਹਦੇ ਮਰਜ਼ੀ ਥੱਪੜ ਮਾਰਤਾ, ਬਲਕਿ ਤੁਸੀਂ ਲੋਕਾਂ ਦੇ ਸੇਵਕ ਹੋ। ਉਹਨਾਂ ਦੇ ਟੈਕਸ ਦੇ ਵਿੱਚੋਂ ਜਿਹੜੇ ਪੈਸੇ ਮਿਲਦੇ ਆ ਉਹਦੇ ਚੋਂ ਤੁਹਾਨੂੰ ਤਨਖਾਹ ਮਿਲਦੀ ਹੈ, ਤੇ ਜਿਹੜਾ ਤੁਹਾਨੂੰ ਤਨਖਾਹ ਦੇਣ ਵਾਲਾ ਹੁੰਦਾ, ਤੁਹਾਡਾ ਮਾਲਕ ਹੁੰਦਾ ਹੈ ਨਾ, ਉਹਨਾਂ ਤੁਸੀਂ ਹਲੀਮੀ ਨਾਲ ਗੱਲ ਕਰਨੀ ਹੁੰਦੀ ਆ। ਅਪਰਾਧੀਆਂ ਨੂੰ ਬਖਸ਼ੋ ਨਾ, ਅਸੀਂ ਨਹੀਂ ਕਹਿੰਦੇ ਕਿ ਅਪਰਾਧੀਆਂ ਨਾਲ ਵੀ ਜਿਹੜਾ ਆ ਉਹ ਪਿਆਰ ਮੁਹੱਬਤਾਂ ਪਾਈ ਚਲੋ, ਹਾਲਾਂਕਿ ਹੋ ਉਲਟ ਰਿਹਾ ਆ। ਬਹੁਤੇ ਪੁਲਿਸ ਵਾਲੇ ਜਿਹੜੇ ਥੋੜਾ ਜਿਹਾ ਕਰਪਟ ਕਿਸਮ ਦੇ ਹੈਗੇ ਆ, ਉਹਨਾਂ ਦੀਆਂ ਮੁਹੱਬਤਾਂ ਅਪਰਾਧੀਆਂ ਨਾਲ ਆ ਤੇ ਆਮ ਲੋਕਾਂ ਨਾਲ ਦੁਸ਼ਮਣਾਂ ਵਾਂਗੂ ਪੇਸ਼ ਆਉਂਦੇ ਨੇ, ਜਦਕਿ ਇਮਾਨਦਾਰ ਲੋਕ ਇਹ ਤੋਂ ਬਿਲਕੁਲ ਉਲਟ ਕੰਮ ਕਰਦੇ ਆ ਪੁਲਿਸ ਵਾਲੇ। ਉਹ ਕੰਮ ਕਰਨ ਦੀ ਲੋੜ ਹੈ ਕਿ ਦੁਸ਼ਮਣ ਜਿਹੜੀ ਆ ਉਹ ਭਾਵਨਾ ਜਿਹੜੀ ਆ ਤੁਸੀਂ ਅਪਰਾਧੀ ਨਾਲ ਰੱਖਣੀ। ਹਾਲਾਂਕਿ ਅਪਰਾਧੀ ਨਾਲ ਵੀ ਜਦ ਤੱਕ ਉਹਦਾ ਅਪਰਾਧ ਸਾਬਤ ਨਹੀਂ ਹੋ ਸਕਦਾ, ਸਾਡਾ ਕਾਨੂੰਨ ਕਹਿੰਦਾ, ਸੰਵਿਧਾਨ ਕਹਿੰਦਾ, ਉਹਦੇ ਨਾਲ ਵੀ ਤੁਹਾਨੂੰ ਕਾਨੂੰਨੀ ਨੁਕਤਿਆਂ ਦੇ ਤਰੀਕੇ ਨਾਲ ਹੀ ਚੱਲਣਾ ਪਏਗਾ। ਪਰ ਜਿਸ ਤਰੀਕੇ ਨਾਲ ਪੁਲਿਸ ਤਾਬੜਤੋੜ ਜਿੱਥੇ ਦਿਲ ਕਰਦਾ ਹੈ ਗੋਲੀ ਮਾਰ ਦਿੰਦੀ ਹੈ, ਜਿਹਦੇ ਮਰਜ਼ੀ ਏਦਾਂ ਪਿਸਤੌਲ ਕੱਢ ਕੇ, ਉਹ ਦੱਸਦਾ ਹੈ ਕਿ ਪੁਲਿਸ ਦੀ ਮਾਨਸਿਕਤਾ ਨੂੰ ਸੁਧਾਰਨ ਦੀ ਜ਼ਰੂਰਤ ਹੈ। ਪੁਲਿਸ ਕਰਮੀਆਂ ਦੀ ਉਹਨਾਂ ਦੀ ਟ੍ਰੇਨਿੰਗ ਦੇ ਵਿੱਚ ਇਹ ਗੱਲ ਸ਼ਾਮਲ ਕਰਨ ਦੀ ਜ਼ਰੂਰਤ ਹੈ ਕਿ ਤੁਸੀਂ ਲੋਕਾਂ ਦੇ ਸੇਵਕ ਹੋ, ਲੋਕਾਂ ਦੇ ਨਾਲ ਪੇਸ਼ ਕਿੱਦਾਂ ਆਉਣਾ। ਤੇ ਜੇ ਇਹ ਟੈਸਟ ਰੱਖਿਆ ਜਾਵੇ ਕਿ ਕੀ ਪੁਲਿਸ ਮੁਲਾਜ਼ਮ ਠੀਕ ਹੈ, ਜਦੋਂ ਆਮ ਲੋਕਾਂ ਨਾਲ, ਸਿਵਿਲੀਅਨ ਦੇ ਨਾਲ ਕਿਤੇ ਕੋਈ ਥੋੜੀ ਬਹੁਤੀ ਤੂਤੂ ਮੈਂ ਹੁੰਦੀ ਹੈ, ਆਪਣਾ ਮਾਨਸਿਕ ਤਵਾਜ਼ਨ ਤਾਂ ਨਹੀਂ ਗਵਾਉਂਦਾ। ਉਦਾਂ ਦੀਆਂ ਚੀਜ਼ਾਂ ਟ੍ਰੇਨਿੰਗ 'ਚ ਸ਼ਾਮਲ ਕੀਤੀਆਂ ਜਾਣ ਤੇ ਮੈਨੂੰ ਲੱਗਦਾ ਕਿ ਇਦਾਂ ਦੀਆਂ ਘਟਨਾਵਾਂ ਤੋਂ ਬਚਿਆ ਜਾ ਸਕਦਾ, ਕਿਉਂਕਿ ਸਮੱਸਿਆ ਇਹ ਨਹੀਂ ਹੈ ਕਿ ਕਬੱਡੀ ਖਿਡਾਰੀ ਦਾ ਕਤਲ ਕੀਤਾ। ਪੰਜਾਬ ਦੇ ਲਈ ਇਹ ਬਹੁਤ ਵੱਡੀ ਸਮੱਸਿਆ ਆ ਕਿ ਪਹਿਲਾਂ ਜਵਾਨੀ ਨਸ਼ੇ ਖਾ ਗਈ ਹੈ, ਨਸ਼ਿਆਂ ਨੇ ਖਾ ਲਈ ਹੈ, ਤੇ ਦੂਜੀ ਉਸ ਤੋਂ ਬਾਅਦ ਜਿਹੜੇ ਬਚਦੇ ਖੁੱਚਦੇ ਮੁੰਡੇ ਹੈਗੇ ਆ, ਚੰਗੇ ਜੁੱਸਿਆਂ ਵਾਲੇ ਮੁੰਡੇ ਹੈਗੇ, ਤੇ ਜੇ ਉਹ ਇਦਾਂ ਹੀ ਪੁਲਿਸ ਦੀਆਂ ਗੋਲੀਆਂ ਦਾ ਸ਼ਿਕਾਰ ਹੁੰਦੇ ਰਹੇ ਤੇ ਫਿਰ ਪੰਜਾਬ ਦੀ ਜਵਾਨੀ ਖਤਮ ਹੋਏਗੀ, ਤੇ ਜਵਾਨੀ ਖਤਮ ਹੋ ਗਈ ਤੇ ਭਾਈ ਬਚਣਾ ਕੀ ਆ ਪੰਜਾਬ ਦੇ ਵਿੱਚ। ਸੋ ਜੇ ਪੰਜਾਬ ਨੂੰ ਬਚਾਉਣ ਦੀ ਗੱਲ ਕਰਨੀ ਹੈ ਤੇ ਥੋੜਾ ਜਿਹਾ ਇਸ ਗੱਲ ਵੱਲ ਵੀ ਧਿਆਨ ਦੇਣਾ ਪਏਗਾ। ਜਿੱਥੇ ਨਸ਼ਿਆਂ ਤੇ ਰੋਕ ਲੱਗੇ ਉੱਥੇ ਭਾਈ ਪੁਲਿਸ ਵਾਲਿਆਂ ਤੇ ਵੀ ਇਦਾਂ ਦੀਆਂ ਗੱਲਾਂ ਕਰਨ ਦੇ ਉੱਤੇ ਰੋਕ ਲੱਗਣੀ ਚਾਹੀਦੀ ਆ। ਸੋ ਪ੍ਰਸਥਿਤੀਆਂ ਗੰਭੀਰ ਨੇ। ਬਾਕੀ ਦੇਖਦੇ ਆ ਕਿ ਪੁਲਿਸ ਕਾਰਵਾਈ ਕੀ ਕਰਦੀ ਹੈ। 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, 5 ਪੁਲਿਸ ਵਾਲੇ ਆ। ਕਾਰਵਾਈ ਕੀ ਕੀਤੀ ਜਾਂਦੀ ਹੈ? ਸਖਤ ਕਾਰਵਾਈ ਕੀਤੀ ਜਾਂਦੀ। ਬਾਕੀ ਪੁਲਿਸ ਵਾਲਿਆਂ ਲਈ ਉਦਾਹਰਨ ਖੜੀ ਕੀਤੀ ਜਾਂਦੀ ਹੈ ਕਿ ਜੇ ਤੁਸੀਂ ਇਦਾਂ ਕੀਤਾ ਤੇ ਤੁਹਾਨੂੰ ਵੀ ਇਦਾਂ ਟੰਗ ਦਿੱਤਾ ਜਾਏਗਾ। ਜਾਂ ਆਮ ਤੌਰ ਤੇ ਜਿੱਦਾਂ ਹੁੰਦਾ ਹੀ ਆ ਕਿ ਪੁਲਿਸ ਵਾਲਿਆਂ ਦੇ ਮਾਮਲੇ ਜਦੋਂ ਆਉਂਦੇ ਆ ਤੇ ਫਿਰ ਉਹਨਾਂ ਨੂੰ ਜਾਂਚ ਬਿਠਾ ਕੇ ਰੀਂਗੇ ਪਾ ਦਿੱਤਾ ਜਾਂਦਾ ਤੇ ਪਤਾ ਹੀ ਨਹੀਂ ਲੱਗਦਾ ਕਿ ਕਿਹੜਾ ਮਾਮਲਾ ਕਦੋਂ ਆਇਆ ਸੀ, ਕਦੋਂ ਚਲੇ ਗਿਆ, ਤੇ ਉਸ ਮਾਮਲੇ ਦੇ ਵਿੱਚ ਜਿਹੜਾ ਦੋਸ਼ੀ ਦੱਸਿਆ ਗਿਆ ਸੀਗਾ ਉਹਦੇ ਉੱਤੇ ਕਾਰਵਾਈ ਕੋਈ ਹੋਈ ਹੈ ਜਾਂ ਨਹੀਂ ਹੋਈ। ਜਦ ਤੱਕ ਸੋਚਣ ਵਿਚਾਰਨ ਦਾ ਸਮਾਂ ਆਉਂਦਾ ਤਦ ਤੱਕ ਜਿਹੜੀਆਂ ਧੂੜਾਂ ਜੰਮ ਚੁੱਕੀਆਂ ਹੁੰਦੀਆਂ ਫਾਈਲਾਂ ਤੇ ਫਿਰ ਪਤਾ ਲੱਗਦਾ ਕਿ ਭਾਈ ਉਹ ਜਿਹੜਾ ਉਦੋਂ ਦੋਸ਼ੀ ਸੀਗਾ
ਉਹ ਤਾਂ ਇਸ ਵੇਲੇ ਤਰੱਕੀਆਂ ਮਾਣ ਕੇ ਵੱਡਿਆਂ ਅਹੁਦਿਆਂ ਤੇ ਬੈਠਾ ਆ। ਇਹ ਅਸੀਂ ਉਦਾਹਰਨਾਂ ਜੀ। ਦੇਖੀਆਂ ਆ ਬਹੁਤ ਸਾਰੇ ਮਾਮਲਿਆਂ ਦੇ ਵਿੱਚ। ਸੋ ਇਹ ਚੀਜ਼ਾਂ ਜੀ। ਨੂੰ ਥੋੜਾ ਜਿਹਾ ਦਰੁਸਤ ਕਰਨ ਦੀ ਜ਼ਰੂਰਤ ਹੈ, ਸਿਸਟਮ ਨੂੰ ਥੋੜਾ ਸਵਾਰਨ ਦੀ ਜ਼ਰੂਰਤ ਹੈ। ਹੋ ਸਕਦਾ ਹੈ ਜੀ। ਫਿਰ ਇਹ ਚੀਜ਼ਾਂ ਨਾ ਵਾਪਰਨ, ਇਦਾਂ ਦੀਆਂ ਦੁਰਘਟਨਾਵਾਂ, ਕਿਸੇ ਮਾਂ ਦਾ ਪੁੱਤ ਇਦਾਂ ਦਾ ਲੱਠ ਵਰਗਾ ਜਿਹੜਾ ਆ ਉਹ ਇਸ ਜਹਾਨ ਤੋਂ ਰੁਖਸਤ ਨਾ ਹੋਵੇ। ਜੀ ਜੀ ਬਿਲਕੁਲ, ਵਾਕਈ ਬਹੁਤ ਮੰਦਭਾਗੀ ਘਟਨਾ ਸੀ। ਔਰ ਜਿਵੇਂ ਤੁਸੀਂ ਕਿਹਾ ਕਿ ਬਿਲਕੁਲ ਇੱਕ ਮਿਸਾਲ ਕਾਇਮ ਕਰਨ ਦੀ ਲੋੜ ਹੈ, ਮਿਸਾਲੀ ਸਜ਼ਾ ਕਾਇਮ ਕਰਨ ਦੀ ਲੋੜ ਹੈ, ਤਾਂ ਹੀ ਜਾ ਕੇ ਸ਼ਾਇਦ ਇਦਾਂ ਦੀਆਂ ਘਟਨਾਵਾਂ ਜਿਹੜੀਆਂ ਉਹਨੂੰ ਠੱਲ ਪਏਗੀ। ਨਹੀਂ ਤਾਂ ਜਿਹੜਾ ਇਹ ਤਾਕਤ ਦਾ ਨਸ਼ਾ ਹੈ, ਸ਼ਾਇਦ ਇਹ ਸਭ ਤੋਂ ਜਿਹੜਾ ਏਦਾਂ ਸਿਰ ਚੜ ਕੇ ਬੋਲਦਾ ਰਹੇਗਾ। ਖੈਰ ਜਸਵੀਰ ਜੀ, ਬਹੁਤ ਬਹੁਤ ਧੰਨਵਾਦ। ਸਮਾਂ ਹੋਰ ਆਗਿਆ ਨਹੀਂ ਦਿੰਦਾ। ਬਹੁਤ ਬਹੁਤ ਧੰਨਵਾਦ ਤੁਹਾਡਾ ਖਬਰਾਂ ਤੇ ਚਰਚਾ ਕਰਨ ਲਈ। ਸ਼ੁਕਰੀਆ ਮਨਦੀਪ ਜੀ। ਜੀ। ਸੋ ਇਹ ਸਨ ਅੱਜ ਦੀਆਂ ਸਾਡੀਆਂ ਖਾਸ ਖਬਰਾਂ ਜਿਨ੍ਹਾਂ ਤੇ ਅਸੀਂ ਚਰਚਾ ਕੀਤੀ, ਔਰ ਬਹੁਤ ਹੀ ਚੰਗੇ ਤਰੀਕੇ ਤੇ ਵਿਸਥਾਰ ਨਾਲ ਜਸਵੀਰ ਹੋਣਾ ਨੇ ਇਹਨਾਂ ਖਬਰਾਂ ਤੇ ਚਰਚਾ ਕੀਤੀ ਤੇ ਕਈ ਤੱਥ ਸਾਡੇ ਸਾਹਮਣੇ ਪੇਸ਼ ਕੀਤੇ। ਸੋ ਇਸੇ ਤਰ੍ਹਾਂ ਅਸੀਂ ਫਿਰ ਹਾਜ਼ਰ ਹੋਵਾਂਗੇ ਲੈ ਕੇ ਖਾਸ ਖਬਰਾਂ ਤੇ ਕਰਾਂਗੇ ਉਹਨਾਂ ਦੀ ਚਰਚਾ। ਤਦ ਤੱਕ ਸਾਨੂੰ ਦਿਓ ਇਜਾਜ਼ਤ ਤੇ ਤੁਸੀਂ ਦੇਖਦੇ ਰਹੋ ਟੀਵੀ ਪੰਜਾਬ।